ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਧੰਨ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਪ੍ਰਗਟਿਆ ਤਾਰੇ ਛਪੇ ਅੰਧੇਰ ਪਲੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰ ਦੇ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ ਜੋ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਸਤ ਸੰਗਤ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਕੁਲਜੀਤ ਸਿੰਘ ਜੀ, ਸ਼ੀਸ਼ ਮਹਿਲ ਸਿਸਵਾ ਚੰਡੀਗੜ੍ਹ ਵਾਲੇ, ਉਹਨਾਂ ਦੇ ਉਦਮ ਉਪਰਾਲਾ ਸਦਕਾ ਇਸ ਪਾਵਨ ਸਥਾਨ ਤੇ ਹਰ ਮਹੀਨਾ ਗੁਰਮਤਿ ਵਾਰੀ ਮਹੀਨਾਵਾਰੀ ਗੁਰਮਤਿ ਸਮਾਗਮ ਹੁੰਦੇ ਨੇ। ਇਹ ਸਮਾਗਮ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਪਰਸੋਂ ਰੋਜ਼ ਤੋਂ ਲੈ ਕਰਕੇ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਉਪਰੰਤ ਭੋਗ ਤੋਂ ਉਪਰੰਤ ਅਰਦਾਸ ਤੋਂ ਉਪਰੰਤ ਦੀਵਾਨ ਸੱਜੇ ਨੇ। ਸੱਜੇ ਦੀਵਾਨ ਦੇ ਅੰਦਰ ਆਪ ਜੀ ਨੇ ਗੁਰਬਾਣੀ ਕੀਰਤਨ ਸ਼ਰਵਣ ਕੀਤਾ ਹੈ। ਕੁਝ ਸਮਾਂ ਆਪਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਇਤਿਹਾਸ ਦੇ ਨਾਲ ਸਾਂਝ ਪਾਉਣੀ ਹੈ। ਜਿੰਨੀਆਂ ਵੀ ਸੰਗਤਾਂ ਆਪ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਮਨੋ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਤ ਬਾਬਾ ਕੁਲਜੀਤ ਸਿੰਘ ਜੀ ਮਹਾਂਪੁਰਸ਼ਾਂ ਨੇ, ਉਹਨਾਂ ਨੇ ਵੀ ਹਾਜ਼ਰੀ ਭਰਨੀ ਸੀ, ਪਰ ਉਹ ਕਿਸੇ ਕਾਰਨ ਕਰਕੇ ਕੋਈ ਬਹੁਤਾ ਜ਼ਿਆਦਾ ਜ਼ਰੂਰੀ ਕੰਮ ਉੱਥੇ ਸ਼ੀਸ਼ ਮਹਿਲ ਚੰਡੀਗੜ੍ਹ ਵਿਖੇ ਪੈ ਗਿਆ, ਜਿਸ ਕਰਕੇ ਬਾਬਾ ਜੀ ਨਹੀਂ ਆ ਸਕੇ। ਕਿਉਂਕਿ ਉੱਥੇ ਵੀ 16, 17, 18 ਨਵੰਬਰ ਨੂੰ ਸਾਲਾਨਾ ਗੁਰਮਤਿ ਸਮਾਗਮ ਨੇ, ਜੋ ਹਰ ਸਾਲ ਹੀ ਉੱਥੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਭੈਰੋ ਮਾਜਰੇ ਵਾਲੇ, ਉਹਨਾਂ ਦੀ ਨਿੱਘੀ ਮਿੱਠੀ ਯਾਦ ਵਿੱਚ ਸਮਾਗਮ ਹੁੰਦੇ ਨੇ। ਉਹ ਵੀ ਤਿਆਰੀਆਂ ਚੱਲ ਰਹੀਆਂ ਨੇ, ਪਰ ਕੋਈ ਜ਼ਿਆਦਾ ਹੀ ਜ਼ਰੂਰੀ ਕੰਮ ਹੋਣ ਕਰਕੇ ਮਹਾਂਪੁਰਸ਼ ਨਹੀਂ ਪਹੁੰਚ ਸਕੇ। ਉਹਨਾਂ ਦੀ ਹਾਜ਼ਰੀ ਵੀ ਆਪ ਜੀ ਨੇ ਪ੍ਰਵਾਨ ਕਰ ਲੈਣੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਸੰਸਾਰ ਦੇ ਬੜੇ ਜ਼ਿਆਦੇ ਮਾੜੇ ਹਾਲਾਤ ਸੀ। ਭਾਈ ਗੁਰਦਾਸ ਜੀ ਨੇ ਉਸ ਸਮੇਂ ਦੇ ਹਾਲਾਤ ਨੂੰ ਆਪਣੀਆਂ ਵਾਰਾਂ ਦੇ ਵਿੱਚ ਅੰਕਿਤ ਕੀਤਾ ਹੈ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਸੋ ਕਲਕਾਤੇ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀ ਕਹਿ ਚੜਿਆ। ਹਉ ਭਾਲ ਵਕੁੰਨੀ ਹੋਈ, ਅੰਧੇਰੇ ਰਾਹ ਨ ਦਿਸੈ ਕੋਈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਉਹ ਸਮਾਂ ਐਸਾ ਸੀ, ਰਾਜੇ ਪਾਪ ਕਮਾਵਦੇ। ਹੁਣ ਜਿਹੜਾ ਰਾਜਾ ਹੁੰਦਾ ਹੈ, ਰਾਜੇ ਦਾ ਤੇ ਮਤਲਬ ਇਹੀ ਹੁੰਦਾ ਵੀ ਉਹ ਪ੍ਰਜਾ ਨੂੰ ਚੰਗਾ ਰਾਜ ਦੇਵੇ, ਪ੍ਰਜਾ ਦੇ ਦੁੱਖ ਸੁੱਖ ਨੂੰ ਦੇਖੇ। ਪਰ ਜੇ ਰਾਜਾ ਹੀ ਪਾਪ ਕਮਾਉਣ ਲੱਗ ਪਿਆ, ਰਾਜੇ ਵਜ਼ੀਰ ਕੁੱਤਿਆਂ ਦੀ ਨਿਆਈ ਹੋ ਕੇ ਪਾਪ ਕਰ ਰਹੇ ਸਨ। ਭਾਈ ਗੁਰਦਾਸ ਜੀ ਲਿਖਦੇ ਨੇ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਉਲਟੀ ਜਿਹੜੀ ਵਾੜ ਸੀ ਨਾ, ਹੁਣ ਆਪਾਂ ਖੇਤ ਦੇ ਦੁਆਲੇ ਵਾੜ ਕਰ ਦਿੰਨੇ ਆ ਅਵਾਰਾ ਪਸ਼ੂਆਂ ਤੋਂ ਬਚਾਉਣ ਵਾਸਤੇ, ਕਿ ਅਵਾਰਾ ਪਸ਼ੂ ਖੇਤ ਦੀ ਫਸਲ ਨੂੰ ਨਾ ਉਜਾੜਨ। ਪਰ ਜਿਹੜੀ ਵਾੜ ਹੈ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਤੇ ਫਿਰ ਖੇਤ ਦੀ ਰਖਵਾਲੀ ਕੌਣ ਕਰੇਗਾ? ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਸੰਸਾਰ ਦੇ ਲੋਕਾਂ ਨੂੰ ਸੁੱਖ ਦੇਣਾ, ਉਹਨਾਂ ਦੇ ਦੁੱਖ ਸੁੱਖ ਨੂੰ ਵੇਖਣਾ, ਉਹੀ ਲੋਕ ਪ੍ਰਜਾ ਦਾ ਮਾਸ ਨੋਚ ਨੋਚ ਕੇ ਖਾ ਰਹੇ ਨੇ। ਤੇ ਧਰਮ ਨਾਂ ਦੀ ਕੋਈ ਚੀਜ਼ ਸੰਸਾਰ ਵਿੱਚ ਹੈ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦੇ ਅੰਦਰ ਉਹਨਾਂ ਸਮੇਂ ਵਿੱਚ ਸਿਕੰਦਰ ਇਬਰਾਹਿਮ ਖਾਂ ਲੋਧੀ ਦਾ ਰਾਜ ਸੀ। ਦਿੱਲੀ ਸਲਤਨਤ ਦਾ ਰਾਜ ਜਿਹਨੂੰ ਕਿਹਾ ਜਾਂਦਾ ਹੈ। 1526 ਦੇ ਵਿੱਚ ਦਿੱਲੀ ਸਲਤਨਤ ਦਾ ਰਾਜ ਖਤਮ ਹੁੰਦਾ ਹੈ। 1526 ਈਸਵੀ ਦੇ ਵਿੱਚ ਬਾਬਰ ਹਿੰਦੁਸਤਾਨ ਦੀ ਧਰਤੀ ਤੇ ਚੜ੍ਹ ਕੇ ਆਉਂਦਾ ਹੈ ਅਫਗਾਨਿਸਤਾਨ ਤੋਂ। ਉਹਦੇ ਤੋਂ 1526 ਤੋਂ 1526 ਬਿਕਰਮੀ ਸੰਮਤ ਤੋਂ 1405
1526 ਤੋਂ ਪਹਿਲਾਂ 1469 ਦਾ ਜਿਹੜਾ ਸਮਾਂ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸੰਸਾਰ ਦੇ ਅੰਦਰ ਆਉਂਦੇ ਨੇ, 1526 ਬਿਕਰਮੀ ਸੰਮਤ ਕੱਤਕ ਦੀ ਪੂਰਨਮਾਸੀ ਔਰ 15 ਕੱਤਕ ਸੁਦੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸੰਸਾਰ ਤੇ ਆਗਮਨ ਹੁੰਦਾ ਹੈ। ਉਹਨਾਂ ਤੋਂ ਪਹਿਲਾਂ ਹਿੰਦੁਸਤਾਨ ਦੀ ਕੀ ਹਾਲਾਤ ਹੈ? ਅੱਜ ਬੜੀ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਜਿਹੜੇ ਲੋਕ ਅੱਜ ਸਿੱਖਾਂ ਤੇ ਸਿੱਖੀ ਤੇ ਸਿੱਖਾਂ ਦੇ ਕਿਰਦਾਰ ਤੇ ਸਾਡੇ ਕਕਾਰਾਂ ਤੇ ਸਾਡੇ ਪੰਥ ਤੇ ਸਾਡੇ ਗ੍ਰੰਥ ਤੇ ਸਵਾਲ ਉਠਾਉਂਦੇ ਨੇ, ਜਿਹੜੇ ਲੋਕ, ਉਹ ਲੋਕਾਂ ਦਾ ਹਾਲ ਇਬਰਾਹਿਮ ਖਾਨ ਸਿਕੰਦਰ ਲੋਧੀ ਨੇ ਕੀ ਕੀਤਾ ਸੀ, ਤੁਸੀਂ ਹਿਸਟਰੀ ਆਫ ਪੰਜਾਬ ਪੜ੍ਹ ਕੇ ਵੇਖ ਸਕਦੇ ਹੋ। ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ, +2 ਦੇ ਬੱਚਿਆਂ ਨੂੰ ਹਿਸਟਰੀ ਆਫ ਪੰਜਾਬ ਜੋ ਪ੍ਰੋਵਾਈਡ ਹੈ ਗਵਰਨਮੈਂਟ ਵੱਲੋਂ ਇਤਿਹਾਸ, ਉਹਦੇ ਵਿੱਚ ਕੀ ਲਿਖਦੇ ਨੇ ਵੀ ਹਿੰਦੁਸਤਾਨ ਦੇ ਹਿੰਦੂ ਨੂੰ ਇੰਨਾ ਵੱਡਾ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਕਿਵੇਂ ਦਾ? ਜੇ ਉਹਨੇ ਤੀਰਥ ਯਾਤਰਾ ਜਾਣਾ ਹੈ ਨਾ, ਤੇ ਉਹਦਾ ਜਜ਼ੀਆ ਦੇਣਾ ਪੈਂਦਾ ਸੀ, ਟੈਕਸ, ਜਿਹਨੂੰ ਡਨ ਕਹਿੰਦੇ ਆ। ਜੇ ਹਿੰਦੂ ਕਿਸੇ ਤੀਰਥ ਦੀ ਯਾਤਰਾ ਕਰਨ ਜਾਂਦਾ ਹੈ, ਸਰਕਾਰ ਉਹਦੇ ਕੋਲ ਟੈਕਸ ਲੈਂਦੀ ਹੈ। ਹਿੰਦੂ ਦਾੜੀ ਨਹੀਂ ਕਟਾ ਸਕਦਾ, ਹਿੰਦੂ ਵਾਲ ਨਹੀਂ ਕਟਾ ਸਕਦਾ, ਆਪਣੇ ਘਰ ਵਿੱਚ ਚੰਗਾ ਪਦਾਰਥ ਬਣਾ ਕੇ ਨਹੀਂ ਖਾ ਸਕਦਾ ਬਿਨਾਂ ਮੂੰਗੀ ਦੀ ਦਾਲ ਤੋਂ, ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਊਠ ਹਾਥੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ। ਖੋਤੇ ਦੀ ਸਵਾਰੀ ਅਲਾਉਡ ਕੀਤੀ ਗਈ ਸੀ ਵੀ ਖੋਤੇ ਤੇ ਚੜ ਕੇ ਜਾਣਾ ਜਿੱਥੇ ਜਾਣਾ। ਇਹਦੇ ਤੋਂ ਇਲਾਵਾ ਇਬਰਾਹਿਮ ਖਾਨ ਲੋਧੀ ਨੇ ਮਥੁਰਾ ਦੇ ਸਾਰੇ ਮੰਦਰ ਭਗਵਾਨ ਕ੍ਰਿਸ਼ਨ ਦੇ ਤੋੜ ਕੇ ਜਿੰਨੀਆਂ ਮੂਰਤੀਆਂ ਸੀ ਸਾਰੀਆਂ ਮੂਰਤੀਆਂ ਕਸਾਈਆਂ ਨੂੰ ਦੇ ਦਿੱਤੀਆਂ ਵੀ ਅੱਜ ਤੋਂ ਬਾਅਦ ਤੁਸੀਂ ਤੱਕੜੀ ਦੇ ਵਿੱਚ ਵੱਟਾ ਨਹੀਂ ਪਾਉਣਾ, ਤੱਕੜੀ ਦੇ ਵਿੱਚ ਵੱਟੇ ਦੀ ਥਾਂ ਤੇ ਮੂਰਤੀ ਪਾ ਕੇ ਮਾਸ ਤੋਲਣਾ ਹੈ। ਇਹ ਹਾਲਾਤ ਸੀ ਹਿੰਦੁਸਤਾਨ ਦੀ ਧਰਤੀ ਤੇ। 700 ਸਾਲ ਹਿੰਦੁਸਤਾਨ ਬਾਹਰਲੀਆਂ ਤਾਕਤਾਂ ਦਾ ਗੁਲਾਮ ਰਿਹਾ ਹੈ। ਜੇ ਗੁਲਾਮੀ ਲਾਈ ਹੈ ਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 700 ਸਾਲਾਂ ਤੋਂ ਮੁਗਲਾਂ ਦਾ ਰਾਜ ਹਿੰਦੁਸਤਾਨ ਦੀ ਧਰਤੀ ਤੇ ਰਿਹਾ। ਮੁਗਲਾਂ ਦਾ ਰਾਜ ਸਤਿਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਤਮ ਕੀਤਾ ਹੈ। ਇੰਨੀ ਮਾੜੀ ਹਾਲਾਤ ਸੀ। ਭਾਈ ਗੁਰਦਾਸ ਜੀ ਲਿਖਦੇ ਨੇ, ਥੰਮੈ ਕੋਏ ਨਾ ਸਾਧ ਮਿਨ ਤੇ ਸਾਧ ਨ ਦਿਸੈ ਜਗ ਵਿੱਚ ਕੋਆ। ਇਹ ਧਰਤੀ ਨੂੰ ਕੋਈ ਸਾਧੂ ਤੋਂ ਬਿਨਾਂ ਥੰਮ ਨਹੀਂ ਸਕਦਾ। ਭਾਵ ਜਿਵੇਂ ਆਪਾਂ ਕੋਈ ਕਮਰਾ ਖੜਾ ਕਰਦੇ ਹਾਂ ਤੇ ਥੱਲੇ ਥੰਮੀ ਲਾਉਨੇ, ਪਿੱਲਰ ਲਾਉਨੇ, ਇਸੇ ਤਰ੍ਹਾਂ ਸੰਸਾਰ ਦੀ ਥੰਮੀ ਸਾਧੂ ਨੇ, ਮਹਾਂਪੁਰਖ ਨੇ। ਤੇ ਪਰ ਭਾਈ ਗੁਰਦਾਸ ਜੀ ਲਿਖਦੇ ਨੇ ਉਦੋਂ ਕੋਈ ਸਾਧੂ ਵੀ ਨਹੀਂ ਸੀ ਦਿਸਦਾ, ਉਦੋਂ ਕੋਈ ਮਹਾਤਮਾ, ਕੋਈ ਸੰਤ ਨਹੀਂ ਸੀ ਦਿਸਦਾ ਜਿਹੜਾ ਸੰਸਾਰ ਨੂੰ ਥੰਮ ਸਕੇ, ਪਾਪ ਨੂੰ ਥੰਮ ਸਕੇ। ਪਾਪ ਗਿਰਾਸੀ ਪ੍ਰਿਥਵੀ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪਾਪਾਂ ਦੀ ਗਰਸੀ ਹੋਈ ਪ੍ਰਿਥਵੀ ਸੀ, ਹਰ ਪਾਸੇ ਹਾਹਾਕਾਰ ਹੋ ਰਹੀ ਸੀ। ਹੁਣ 4 ਪੈਰ ਧਰਮ ਦੇ, 4 ਪੈਰ ਸੀ ਧਰਮ ਦੇ, ਹੁਣ ਇੱਕੋ ਪੈਰ ਧਰਮ ਦਾ ਰਹਿ ਗਿਆ। 3 ਪੈਰ ਖਤਮ ਹੋ ਗਏ। ਧਰਤੀ ਡੋਲਣ ਲੱਗੀ। ਧਰਤੀ ਨੇ ਹਾਂ ਪੁਕਾਰ ਕਰਕੇ ਨਿਰੰਕਾਰ ਦੇ ਕੋਲ ਜਾ ਕੇ ਪੁਕਾਰ ਕੀਤੀ ਕਿ ਹੇ ਦੀਨਾਨਾਥ, ਅਕਾਲ ਪੁਰਖ ਅੰਤਰਜਾਮੀ, ਕਿਰਪਾ ਕਰੋ। ਹੁਣ ਮੇਰੇ ਕੋਲੋਂ ਪਾਪਾਂ ਦਾ ਭਾਰ ਨਹੀਂ ਝੱਲਿਆ ਜਾਂਦਾ, ਤੁਸੀਂ ਕਿਰਪਾ ਕਰੋ, ਸੰਸਾਰ ਦੇ ਉੱਪਰ ਆਓ। ਨਿਰੰਕਾਰ ਨੇ ਕਿਹਾ, ਧਰਤੀ ਮੈਂ ਕੋਈ ਅਵਤਾਰ ਭੇਜ ਦੇਣਾ, ਕੋਈ ਅਗੰਮੀ ਪੁਰਸ਼ ਭੇਜ ਦੇਣਾ ਸੰਸਾਰ ਤੇ, ਜਿਹੜਾ ਸੰਸਾਰ ਦੇ ਵਿੱਚ ਜਾ ਕੇ ਪਰਮਾਤਮਾ ਦੀ ਮਰਿਆਦਾ ਨੂੰ ਚਲਾਏਗਾ। ਧਰਤੀ ਕਹਿੰਦੀ, ਨਿਰੰਕਾਰ ਹੁਣ ਕਿਸੇ ਅਵਤਾਰ ਨੂੰ ਭੇਜਣ ਦਾ ਸਮਾਂ ਨਹੀਂ, ਤੁਹਾਡੇ ਆਪ ਆਉਣ ਦਾ ਸਮਾਂ ਹੈ। ਤੁਸੀਂ ਕਿਰਪਾ ਕਰੋ, ਹੁਣ ਆਪ ਸੰਸਾਰ ਤੇ ਆਗਮਨ ਲੈ ਕੇ ਆਓ, ਆਪ ਸੰਸਾਰ ਵਿੱਚ ਪ੍ਰਗਟ ਹੋ। ਧਰਤੀ ਦੀ ਪੁਕਾਰ ਸੁਣ ਕੇ
ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਵਰੂਪ ਵਿੱਚ ਨਿਰੰਕਾਰ, ਤਾਈਓ ਆਪਾਂ ਕਹਿੰਦੇ ਨਾ ਬਾਬਾ ਨੰਦ ਸਿੰਘ ਮਹਾਂਪੁਰਖ ਕਲੇਰਾਂ ਵਾਲੇ ਕਿਹਾ ਕਰਦੇ ਸਨ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਫਿਰ ਨਿਰੰਕਾਰ ਦਾ ਸਵਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੋਏ। ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਲਿਆਣ ਚੰਦ ਜੀ, 7 ਜਨਮਾਂ ਦੀ ਭਗਤੀ ਉਹਨਾਂ ਦੀ, 7 ਜਨਮ, 7 ਜਨਮ ਪਰਮਾਤਮਾ ਦਾ ਨਾਮ ਜਪਦਿਆਂ ਬਤੀਤ ਹੋਏ। ਕੁੱਖ ਤਿਆਰ ਹੋਣੀ ਹੈ ਨਾ। ਵੇਖੋ ਜਿਹੜੀ ਪਵਿੱਤਰ ਰੂਹਾਂ ਸੰਸਾਰ ਦੇ ਅੰਦਰ ਜਨਮ ਲੈਂਦੀਆਂ ਨੇ ਉਹ ਪਵਿੱਤਰ ਕੁੱਖਾਂ ਵਿੱਚ ਹੀ ਆਉਂਦੀਆਂ ਨੇ। ਉਹਨਾਂ ਨੂੰ ਪਵਿੱਤਰ ਕੁੱਖ ਚਾਹੀਦੀ ਹੁੰਦੀ ਜਨਮ ਲੈਣ ਵਾਸਤੇ। ਇਸ ਕਰਕੇ ਪਹਿਲਾਂ ਮਾਤਾ ਨੇ, ਪਿਤਾ ਨੇ ਲੰਬਾ ਸਮਾਂ ਬੰਦਗੀ ਕੀਤੀ, ਕਈ ਜਨਮ ਪਰਮਾਤਮਾ ਦੇ ਨਾਮ ਨੂੰ ਜਪਿਆ, ਇਕੱਠਾ ਕੀਤਾ। ਨਾਮ ਦਾ ਧਨ ਜਦੋਂ ਇਕੱਠਾ ਹੋ ਗਿਆ ਫਿਰ ਬਾਹਰ ਦੇਸ਼, ਸੰਦਲ ਦੇਸ਼ ਕਿਹਾ ਜਾਂਦਾ ਹੈ। ਇੰਨੀ ਜ਼ਿਆਦੀ ਜਰਖੇਜ ਧਰਤੀ ਹੈ ਨਨਕਾਣਾ ਸਾਹਿਬ ਦੀ, ਰਾਏ ਭੋਏ ਦੀ ਤਲਵੰਡੀ ਹੈ। ਪਹਿਲਾ ਪਿੰਡ ਜਿਹੜਾ ਮਹਿਤਾ ਕਲਿਆਣ ਚੰਦ ਜੀ ਦੇ ਮਾਤਾ ਪਿਤਾ ਦਾ ਤਰਨਤਾਰਨ ਜ਼ਿਲ੍ਹੇ ਦੇ ਅੰਦਰ ਹੈ, ਪਿੰਡ ਪੱਠੇਵਿੱਡ, ਜਿਹਨੂੰ ਅੱਜ ਕੱਲ ਲੋਹਾਰ ਪਿੰਡ ਕਿਹਾ ਜਾਂਦਾ ਹੈ, ਜਿੱਥੇ ਸਤਿਕਾਰਯੋਗ ਮਹਿਤਾ ਕਲਿਆਣ ਚੰਦ ਜੀ ਦਾ ਦਾਦਕਾ ਪਰਿਵਾਰ ਰਹਿੰਦਾ ਸੀ। ਇੱਥੋਂ ਨੌਕਰੀ ਕਰਨ ਵਾਸਤੇ ਮਹਿਤਾ ਕਲਿਆਣ ਚੰਦ ਦੀ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਰਾਜਾ ਸੀ ਉੱਥੋਂ ਦਾ, ਤੇ ਤਕਰੀਬਨ ਉਹ 57 ਪਿੰਡਾਂ ਦਾ ਮਾਲਕ ਸੀ। ਉਹਦੇ ਰਾਜ ਵਿੱਚ ਮਹਿਤਾ ਕਲਿਆਣ ਚੰਦ ਜੀ ਪਟਵਾਰੀ ਦੀ ਨੌਕਰੀ ਕਰਨ ਵਾਸਤੇ ਜਾਂਦੇ ਨੇ, ਰਾਏ ਭੋਏ ਦੀ ਤਲਵੰਡੀ। ਫਿਰ ਨੌਕਰੀ ਕਰਕੇ ਆਪਣਾ ਨਿਵਾਸ ਜਿਹੜਾ ਹੈ ਪੱਕਾ ਹੀ ਉੱਥੇ ਰੱਖ ਲੈਂਦੇ ਨੇ, ਰਾਏ ਭੋਏ ਦੀ ਤਲਵੰਡੀ ਦੇ ਵਿੱਚ। ਇਹ ਜ਼ਮੀਨ ਬੜੀ ਉਪਜਾਊ ਹੈ ਤੇ ਬੜਾ ਜਰਖੇਜ ਇਲਾਕਾ ਹੈ, ਜਿਹਨੂੰ ਸੰਦਲ ਦੇਸ਼ ਵੀ ਕਿਹਾ ਜਾਂਦਾ ਹੈ ਤੇ ਬਾਰ ਵੀ ਕਿਹਾ ਜਾਂਦਾ ਹੈ, ਸੰਦਲ ਬਾਰ ਵੀ। ਤੁਸੀਂ ਸੁਣਿਆ ਹੋਣਾ ਹੈ ਬਾਰ, ਜਿਵੇਂ ਕਹਿੰਦੇ ਨਾ ਆਪਾਂ ਜਿਹੜੇ ਪਰਿਵਾਰ ਪਾਕਿਸਤਾਨ ਤੋਂ ਆਏ ਨੇ ਉਹ ਕਈ ਬਾਰ ਦੇ ਵਿੱਚੋਂ ਆਏ ਨੇ। ਲੈਲਪੁਰ ਦੀ ਬਾਰ ਵੀ ਮੰਨੀ ਜਾਂਦੀ ਹੈ, ਜਿਹਨੂੰ ਅੱਜ ਕੱਲ ਫੈਸਲਾਬਾਦ ਕਿਹਾ ਜਾਂਦਾ ਹੈ। 40 ਕਿਲੋਮੀਟਰ ਦੂਰ ਹੈ ਨਨਕਾਣਾ ਸਾਹਿਬ ਤੋਂ ਉਹ ਧਰਤੀ, ਉਹਨੂੰ ਲੈਲਪੁਰ ਦੀ ਬਾਰ ਕਿਹਾ ਜਾਂਦਾ ਸੀ। ਜਿਹੜਾ ਅੰਗਰੇਜ਼ ਰਾਜ ਸਮੇਂ ਅੰਗਰੇਜ਼ਾਂ ਦੀ ਮੁਖਬਰੀ ਕਰਦਾ ਸੀ ਨਾ ਜਿਹੜਾ ਬੰਦਾ, ਅੰਗਰੇਜ਼ ਉਹਨੂੰ ਲੈਲਪੁਰ ਦੀ ਬਾਰ ਵਿੱਚ ਮੁਰੱਬਾ ਦਿੰਦੇ ਸੀ ਜ਼ਮੀਨ ਦਾ, ਕਿਉਂਕਿ ਉਹ ਜ਼ਮੀਨ ਇੰਨੀ ਜ਼ਿਆਦੀ ਜਰਖੇਜ ਔਰ ਇੰਨੀ ਜ਼ਿਆਦੀ ਉਪਜਾਊ ਸੀ। ਔਰ ਉਸ ਧਰਤੀ ਨੂੰ ਭਾਗ ਲਾਉਣ ਵਾਸਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਆਉਣਾ ਉੱਥੇ ਹੋਇਆ। ਦੌਲਤਾਂ ਦਾਈ ਹੈ ਮੁਸਲਮਾਨ। ਪਹਿਲਾਂ ਸਤਿਗੁਰ ਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਦੇ ਘਰ ਲੜਕੀ ਨੇ ਜਨਮ ਲਿਆ, ਬੇਬੇ ਨਾਨਕੀ, ਜਿਨ੍ਹਾਂ ਦਾ ਨਾਮ ਰੱਖਿਆ ਗਿਆ। ਉਹ 7 ਸਾਲ ਵੱਡੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ। ਘਰ ਵਿੱਚ ਬੱਚੇ ਨੇ ਜਨਮ ਲੈਣਾ ਹੈ ਤੇ ਦਾਈ ਦੌਲਤਾਂ ਰੋਜ਼ ਗੇੜਾ ਮਾਰਦੀ ਹੈ, ਮਾਤਾ ਤ੍ਰਿਪਤਾ ਨੂੰ ਵੇਖਦੀ ਹੈ, ਸਰੀਰ ਨੂੰ ਨੱਪਦੀ ਘੁੱਟਦੀ ਹੈ, ਕਿਉਂਕਿ ਪਹਿਲਿਆਂ ਸਮਿਆਂ ਦੇ ਵਿੱਚ ਦਾਈਆਂ ਕੰਮ ਕਰਿਆ ਕਰਦੀਆਂ ਸਨ। ਚਲੋ ਅੱਜ ਕੱਲ ਤੇ ਡਾਕਟਰੀ ਇਲਾਜ ਜ਼ਿਆਦਾ ਵੱਧ ਗਿਆ ਹੈ, ਸਾਰੇ ਪਾਸੇ ਜਿੰਨੇ ਵੀ ਬੱਚੇ ਪੈਦਾ ਹੁੰਦੇ ਨੇ ਤਕਰੀਬਨ ਹਸਪਤਾਲਾਂ 'ਚ ਪੈਦਾ ਹੁੰਦੇ। ਉਦੋਂ ਅੱਜ ਤੋਂ 20 ਸਾਲ 15 ਸਾਲ ਪਿੱਛੇ ਚਲੇ ਜਾਓ, ਤਕਰੀਬਨ ਬੱਚਿਆਂ ਦੇ ਜਨਮ ਘਰਾਂ ਵਿੱਚ ਹੀ ਹੋਇਆ ਕਰਦੇ ਸਨ। ਅੱਜ ਕੱਲ ਤਾਂ ਬੱਚਾ ਪੈਦਾ ਹੋਣਾ ਹੋਵੇ ਤੇ ਬੀਬੀ ਕੰਮ ਨਹੀਂ ਕਰਦੀ। ਉਹਨਾਂ ਸਮਿਆਂ 'ਚ ਬੱਚਾ ਪੈਦਾ ਹੋਣ ਤੱਕ ਬੀਬੀ ਬੌਕਰ ਫੇਰਦੀ ਸੀ, ਘਰ ਦਾ ਕੰਮ ਕਰਦੀ ਹੁੰਦੀ ਸੀ। ਅੱਜ ਕੱਲ ਅਸੀਂ ਆਪ ਹੀ ਕਹਿ ਦਿੰਦੇ ਨਾ, ਤੂੰ ਧੀ ਰਾਣੀਏ ਬਹਿ, ਤੂੰ ਕੰਮ ਨਾ ਕਰੀ। ਓਨਾ ਹੀ ਕਸ਼ਟ ਫਿਰ ਸਰੀਰ ਨੂੰ ਆਉਂਦਾ ਜਦੋਂ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਹੁਣ ਮਾਤਾ ਤ੍ਰਿਪਤਾ ਜੀ ਘਰ ਦਾ ਕੰਮਕਾਰ ਵੀ ਕਰਦੇ ਨੇ, ਘਰ ਦਾ ਕੰਮਕਾਰ ਵੀ ਕਰਦੇ ਨੇ
ਤੇ ਅੱਗੇ ਪਿੱਛੇ ਆ ਕੇ ਦਾਈ ਦੌਲਤਾਂ ਮਾਤਾ ਜੀ ਦੇ ਸਰੀਰ ਨੂੰ ਵੇਖਦੇ ਨੇ, ਨੱਪਦੇ, ਘੁੱਟਦੇ ਨੇ। ਤੇ ਕਈ ਵਾਰੀ ਪਟਵਾਰੀ ਜੀ ਮਹਿਤਾ ਕਲਿਆਣ ਚੰਦ ਘਰੇ ਹੀ ਮਿਲ ਜਾਂਦੇ ਨੇ। ਤੇ ਮਹਿਤਾ ਕਲਿਆਣ ਚੰਦ ਨੂੰ ਦਾਈ ਦੌਲਤਾਂ ਕਹਿੰਦੀ ਹੈ, ਪਟਵਾਰੀ ਜੀ, ਜੇ ਪਰਮਾਤਮਾ ਨੇ ਖੁਸ਼ਖਬਰੀ ਦਿੱਤੀ ਨਾ ਤੁਹਾਡੇ ਘਰ, ਖੁਸ਼ਖਬਰੀ ਦਾ ਮਤਲਬ ਜੇ ਪੁੱਤਰ ਦਿੱਤਾ, ਤੇ ਮੈਨੂੰ ਨਾ ਰੂੰ ਦੇ ਦਿਆ ਜੇ ਐਤਕੀ, ਕੁਝ ਰੂੰ ਦੇ ਦਿਆ ਜੇ, ਅੱਗੇ ਸਿਆਲ ਆਉਣ ਵਾਲਾ ਹੈ, ਬੱਚੇ ਨੇ, ਬਿਸਤਰੇ ਪੁਰਾਣੇ ਹੋ ਗਏ ਨੇ, ਫਟ ਗਏ ਨੇ, ਨਵੇਂ ਬਿਸਤਰੇ ਬਣਾ ਲਵਾਂਗੇ, ਕੁਨਬਾ ਬੱਚੇ ਜਿਹੜੇ ਨੇ ਸਰਦੀ ਤੋਂ ਬਚ ਜਾਣਗੇ। ਫੇਰ ਕਦੇ ਮਿਲਦੇ ਨੇ ਤੇ ਕਹਿ ਦਿੰਦੇ, ਪਟਵਾਰੀ ਜੀ ਖੁਸ਼ਖਬਰੀ ਆਈ ਨਾ, ਤੇ ਕਣਕ ਦੇ ਦਿਆ ਜੇ, ਦਾਣੇ ਦੇ ਦਿਆ ਜੇ, ਸਿਆਲ ਚੰਗਾ ਲੰਘ ਜਾਵੇਗਾ। ਕਿਉਂਕਿ ਮਹਿਤਾ ਕਲਿਆਣ ਚੰਦ ਜੀ ਕੋਈ ਆਮ ਵਿਅਕਤੀ ਨਹੀਂ ਸਨ, 57 ਪਿੰਡਾਂ ਦੇ ਪਟਵਾਰੀ ਸਨ। ਪਟਵਾਰੀ ਤੇ ਇੱਕ ਪਿੰਡ ਦਾ ਨਹੀਂ ਮਾਣ ਹੁੰਦਾ, ਉਹ 57 ਪਿੰਡਾਂ ਦੇ ਪਟਵਾਰੀ ਸੀ, ਮਾਲਕ ਸੀ 57 ਪਿੰਡਾਂ ਦੇ। ਘਰ ਵਿੱਚ ਦੌਲਤਾਂ ਦੇ ਅਬਾਰ ਲੱਗੇ ਹੋਏ ਸੀ, ਪਦਾਰਥਾਂ ਦੀ ਕੋਈ ਥੋੜੀ ਨਹੀਂ ਸੀ। ਫਿਰ ਮਿਲਦੇ ਨੇ, ਦਾਈ ਦੌਲਤਾਂ ਕਹਿੰਦੀ ਹੈ ਕਿ ਪਟਵਾਰੀ ਜੀ ਕੁਝ ਮਾਇਆ ਰੁਪਈਏ ਵੀ ਦੇ ਦਿਓ, ਸਿਆਲ ਸਾਡਾ ਸੌਖਾ ਲੰਘ ਜਾਵੇ। ਵੇਖੋ, ਜਿਹੜਾ ਬੰਦਾ ਗਰੀਬ ਹੁੰਦਾ ਹੈ ਨਾ, ਜੇ ਕਿਸੇ ਅਮੀਰ ਦੇ ਘਰ ਕੰਮ ਕਰਨ ਜਾਂਦਾ ਹੈ ਤੇ ਉਹਨੂੰ ਆਸ ਉਹਦੇ ਘਰ ਤੇ ਹੁੰਦੀ ਹੈ, ਉਸ ਬੰਦੇ ਤਾਂ ਹੀ ਉਹਨੂੰ ਆਸ ਹੁੰਦੀ ਹੈ, ਉਹਨੂੰ ਪਤਾ ਹੁੰਦਾ ਹੈ ਵੀ ਇਹ ਮੇਰਾ ਸਮਾਂ ਚੰਗਾ ਲੰਘਾ ਦੇਗਾ। ਮਹਿਤਾ ਕਲਿਆਣ ਚੰਦ ਖੁਸ਼ ਹੁੰਦੇ ਨੇ, ਕਹਿੰਦੇ ਦੌਲਤਾਂ ਕੋਈ ਗੱਲ ਨਹੀਂ, ਪਰਮਾਤਮਾ ਨੇ ਕਿਰਪਾ ਕੀਤੀ ਤੇ ਤੇਰੀਆਂ ਝੋਲੀਆਂ ਭਰ ਦਿਆਂਗੇ। ਹੁਣ ਉਹ ਸਮਾਂ ਆ ਗਿਆ। ਵੇਖੋ, ਪੂਰਨਮਾਸੀ ਦਾ ਦਿਨ ਆਰੰਭ ਹੁੰਦਾ ਹੈ, 15 ਕੱਤਕ ਸੁਦੀ, ਕੱਤਕ ਦੀ ਪੂਰਨਮਾਸੀ। ਜਿਵੇਂ ਅੱਜ ਮੰਨ ਲਓ ਹੁਣ 19 ਤਰੀਕ ਨੂੰ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, 18 ਤਰੀਕ ਅੱਧੀ ਰਾਤ ਨੂੰ 12 ਵਜੇ ਤੋਂ ਬਾਅਦ ਪੂਰਨਮਾਸੀ ਦਾ ਆਰੰਭ ਹੋ ਜਾਣਾ ਹੈ, ਤੇ 19 ਤਰੀਕ ਦੀ ਰਾਤ ਤੱਕ ਪੂਰਨਮਾਸੀ ਦਾ ਸਮਾਂ ਰਹੇਗਾ। ਇਵੇਂ ਹੀ 1469 ਈਸਵੀ ਨੂੰ 1526 ਬਿਕਰਮੀ ਸੰਮਤ ਨੂੰ ਜਦੋਂ ਪੂਰਨਮਾਸੀ ਦਾ ਆਰੰਭ ਹੁੰਦਾ ਹੈ, ਉਸ ਰਾਤ ਦੇ 1:15 ਵਜੇ 1:15 ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਦਾਈ ਦੌਲਤਾਂ ਹੈਰਾਨ ਰਹਿ ਜਾਂਦੀ ਹੈ। ਚਾਰ ਬੱਤੀਆਂ ਵਾਲਾ ਦੀਵਾ ਜਗਦਾ ਹੈ ਕਮਰੇ ਦੇ ਅੰਦਰ, 4 ਉਹਦੀਆਂ ਬੱਤੀਆਂ ਨੇ, ਦੇਸੀ ਘਿਓ ਦਾ ਦੀਵਾ ਅੰਦਰ ਜਗਾ ਕੇ ਰੱਖਿਆ ਹੈ। ਦਾਈ ਦੌਲਤਾਂ ਬਾਹਰ ਆਉਂਦੀ ਹੈ ਪਾਣੀ ਲੈਣ ਵਾਸਤੇ, ਤੇ ਮਹਿਤਾ ਕਲਿਆਣ ਚੰਦ ਜੀ ਬਾਹਰ ਬੈਠੇ ਨੇ, ਸ਼ਰੀਕਾ ਭਾਈਚਾਰਾ ਬਾਹਰ ਬੈਠਾ ਹੈ, ਤੇ ਪੁੱਛਦੇ ਨੇ ਵੀ ਦੌਲਤਾਂ ਕੀ ਹੋਇਆ ਹੈ, ਕੋਈ ਖੁਸ਼ਖਬਰੀ ਆਈ? ਤੇ ਦੌਲਤਾਂ ਕਹਿੰਦੀ ਹੈ ਵੀ ਅਜੇ ਨਹੀਂ ਪਟਵਾਰੀ ਜੀ। ਫਿਰ ਅੰਦਰ ਚਲੇ ਜਾਂਦੀ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਨਮ ਹੁੰਦਾ ਹੈ, ਦਾਈ ਦੌਲਤਾਂ ਮਹਾਰਾਜ ਦਾ ਪ੍ਰਸੂਤ ਕਰਾਉਂਦੀ ਹੈ। ਪ੍ਰਸੂਤ ਕਰਾ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਆਪਣੇ ਹੱਥਾਂ 'ਚ ਲੈਂਦੀ ਹੈ, ਤੇ ਇੰਨਾ ਜ਼ਿਆਦਾ ਪ੍ਰਕਾਸ਼ ਸਤਿਗੁਰਾਂ ਦੇ ਚਿਹਰੇ ਤੋਂ ਆਉਂਦਾ ਹੈ, ਤੇ ਦਾਈ ਦੌਲਤਾਂ ਦੇ ਸਰੀਰ ਤੇ ਪੈਂਦਾ ਹੈ, ਤੇ ਉਹਦਾ ਸਾਰਾ ਸਰੀਰ ਸੁੰਨ ਹੋ ਜਾਂਦਾ ਹੈ। ਉਹ ਦਾਈ ਦੌਲਤਾਂ ਕਦੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਿਹਰੇ ਵੱਲ ਤੱਕਦੀ ਹੈ, ਤੇ ਕਦੇ ਉਹ ਚੌਮੁਖੀਏ ਦੀਵੇ ਵੱਲ ਤੱਕਦੀ ਹੈ। ਇੰਨਾ ਜ਼ਿਆਦਾ ਪ੍ਰਕਾਸ਼ ਚਾਨਣ ਹੁੰਦਾ ਹੈ ਕਿ ਚੌਮੁਖੀਆ ਦੀਵਾ ਹੈ ਨਾ, ਉਹਦੀ ਲੋ ਵੀ ਕੱਢ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਦੌਲਤਾਂ ਵੱਲ ਵੇਖ ਕੇ ਨਾ ਮੁਸਕਰਾਉਂਦੇ ਨੇ, ਮਿੱਠੀ ਜੀ ਹਾਸੀ ਹੱਸਦੇ ਨੇ। ਦੌਲਤਾਂ ਹੈਰਾਨ ਹੋ ਜਾਂਦੀ ਹੈ, ਮਨ ਵਿੱਚ ਸੋਚਦੀ ਹੈ, ਮਨਾ ਕਿੰਨਾ ਲੰਬਾ ਸਮਾਂ ਹੋ ਗਿਆ ਬੱਚਿਆਂ ਦੇ ਜਨਮ ਕਰਾਉਂਦਿਆਂ, ਇਹ ਹੱਥਾਂ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਦੇ ਜਨਮ ਕਰਾਏ ਨੇ, ਪਰ ਪਹਿਲੀ ਵਾਰ ਜ਼ਿੰਦਗੀ ਦਾ ਮੌਕਾ ਹੈ ਕਿ ਬੱਚਾ ਹੱਸ ਰਿਹਾ ਹੈ, ਨਹੀਂ ਤਾਂ ਤਕਰੀਬਨ ਬੱਚੇ ਰੋਂਦੇ ਨੇ। ਉਸ ਗੁਰੂ ਨਾਨਕ ਸਾਹਿਬ ਦੀ ਮੁਸਕਰਾਹਟ ਨੇ ਦਾਈ ਦੌਲਤਾਂ ਨੂੰ ਤ੍ਰਿਪਤ ਕਰਕੇ ਰੱਖ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਨੂੰ ਦੌਲਤਾਂ ਨੇ ਮਾਤਾ ਤ੍ਰਿਪਤਾ ਜੀ ਦੇ ਨਾਲ ਲੰਮੇ ਪਾ ਕੇ ਤੇ ਬਾਹਰ ਆਈ ਹੈ। ਕੁੰਡਾ ਖੋਲਿਆ ਤੇ ਅੱਗੇ ਮਹਿਤਾ ਕਲਿਆਣ ਚੰਦ ਦੀ ਸੋਨੇ ਦੀ ਮੋਹਰਾਂ ਦਾ ਥਾਲ ਭਰ ਕੇ ਖੜੇ ਨੇ। ਆਵਾਜ਼ ਦਿੱਤੀ ਹੋਏ ਕਹਿਣ ਲੱਗੀ, ਪਟਵਾਰੀ ਜੀ ਵਧਾਈ ਹੋਵੇ, ਤੁਹਾਡੇ ਘਰ ਵਿੱਚ ਪੁੱਤਰ ਨੇ ਜਨਮ ਲਿਆ। ਇੰਨਾ ਕਹਿ ਕੇ ਦੌਲਤਾਂ ਕਮਰੇ ਵੱਲ ਜਾਣ ਲੱਗਦੀ ਹੈ ਤੇ ਪਟਵਾਰੀ ਮਹਿਤਾ ਕਲਿਆਣ ਚੰਦ ਜੀ ਦੌਲਤਾਂ ਦੀ ਬਾਂਹ ਫੜ ਦਿੰਦੇ ਨੇ। ਦੌਲਤਾਂ ਆ ਲੈ, ਆ ਥਾਲ ਰੁਪਈਆਂ ਦਾ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੈ। ਦੌਲਤਾਂ ਵੇਖਦੀ ਨਹੀਂ। ਕਹਿਣ ਲੱਗੇ, ਦੌਲਤਾਂ ਉਹ ਬੋਰੀਆਂ 'ਚ ਕਣਕ ਪਾਈ ਪਈ ਹੈ, ਤੂੰ ਆਖਿਆ ਸੀ ਨਾ ਵੀ ਗਾਂ ਖਾਣ ਵਾਸਤੇ ਸਿਆਲ ਵਿੱਚ ਕਣਕ ਨਹੀਂ ਹੈਗੀ, ਉਹ ਪੰਡਾਂ ਵਿੱਚ ਰੂੰ ਬੰਨੇ ਪਏ ਤੇਰੇ ਬਿਸਤਰਿਆਂ ਵਾਸਤੇ। ਦੌਲਤਾਂ ਉਸ ਪਾਸੇ ਵੱਲ ਤੱਕਦੀ ਨਹੀਂ। ਤੇ ਮਹਿਤਾ ਕਲਿਆਣ ਚੰਦ ਜੀ ਕਹਿੰਦੇ ਨੇ, ਦੌਲਤਾਂ ਜੇ ਇੱਕ ਥਾਲ ਘੱਟ ਹੈ ਨਾ ਮੋਹਰਾਂ ਦਾ, ਇੱਕ ਥਾਲ ਤੈਨੂੰ ਹੋਰ ਦੇ ਦੇਣਾ, ਤੂੰ ਖੁਸ਼ ਹੋ ਜਾ। ਤੇ ਦਾਈ ਦੌਲਤਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ। ਕਹਿਣ ਲੱਗੀ, ਮਹਿਤਾ ਕਲਿਆਣ ਚੰਦ, ਪਟਵਾਰੀ ਜੀ ਜਿਹੜਾ ਬਾਲਕ ਤੇਰੇ ਘਰ ਪੈਦਾ ਹੋਇਆ ਹੈ ਨਾ, ਉਹਨੇ ਐਸੀ ਦ੍ਰਿਸ਼ਟੀ ਮੇਰੇ ਤੇ ਮਾਰੀ, ਮੇਰੇ ਅੰਦਰ ਕੋਈ ਭੁੱਖ ਹੀ ਨਹੀਂ ਰਹਿ ਗਈ। ਹੁਣ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਟਵਾਰੀ ਜੀ ਮੈਂ ਨਾਂ ਦੀ ਦੌਲਤਾਂ ਨਹੀਂ, ਹੁਣ ਮੈਂ ਸੱਚਮੁੱਚ ਹੀ ਦੌਲਤਾਂ ਵਾਲੀ ਬਣ ਗਈ। ਪਟਵਾਰੀ ਜੀ ਐਸਾ ਬੱਚਾ ਤੇਰੇ ਘਰ ਅੰਦਰ ਜਨਮਿਆ, ਨਾ ਮੈਂ ਅੱਜ ਤੱਕ ਐਸਾ ਬੱਚਾ ਕਦੀ ਦੇਖਿਆ। ਐਸੀ ਉਸ ਬੱਚੇ ਦੀ ਮੁਸਕਰਾਹਟ ਹੈ, ਐਸੀ ਮੁਸਕਰਾਹਟ ਦੇ ਨਾਲ ਉਹਨੇ ਮੈਨੂੰ ਤ੍ਰਿਪਤ ਕਰਕੇ ਰੱਖ ਦਿੱਤਾ ਹੈ। ਮੇਰੇ ਅੰਦਰ ਕਿਸੇ ਪਦਾਰਥ ਦੀ ਹੁਣ ਇੱਛਾ ਹੀ ਨਹੀਂ ਰਹਿ ਗਈ। ਬੜਾ ਜ਼ੋਰ ਲਾਇਆ ਮਹਿਤਾ ਕਲਿਆਣ ਚੰਦ ਨੇ ਵੀ ਖੁਸ਼ੀ ਦਾ ਸਮਾਂ ਹੈ, ਕੁਝ ਨਾ ਕੁਝ ਦਾਈ ਦੌਲਤਾਂ ਨੂੰ ਦਿੱਤਾ ਜਾਵੇ। ਪਰ ਦਾਈ ਦੌਲਤਾਂ ਟਸ ਤੋਂ ਮਸ ਨਹੀਂ ਹੋਈ। ਐਸੇ ਦੀਨ ਦਿਆਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾਈ ਦੌਲਤਾਂ ਨੂੰ ਪਹਿਲੀ ਨਜ਼ਰ ਵਿੱਚ ਹੀ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਸਾਰਾ ਜੀਵਨ ਦਾਈ ਦੌਲਤਾਂ ਨੇ ਪ੍ਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਨਾਮ ਜਪਦਿਆਂ ਜ਼ਿੰਦਗੀ ਬਤੀਤ ਕੀਤੀ ਔਰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਆਖਿਆ ਕਿ ਅੱਜ ਤੋਂ ਬਾਅਦ ਇਹ ਦਾਈ ਦੌਲਤਾਂ ਦੇ ਹੱਥ ਤੁਹਾਡਾ ਜਨਮ ਕਰਵਾ ਕੇ ਇੰਨੇ ਪਵਿੱਤਰ ਹੋ ਗਏ ਨੇ ਵੀ ਅੱਜ ਤੋਂ ਬਾਅਦ ਕਿਸੇ ਬੱਚੇ ਦਾ ਜਨਮ ਨਹੀਂ ਕਰਾਉਣਾ ਤੇ ਕਿਸੇ ਦਾ ਮਲ ਮੂਤਰ ਨਹੀਂ ਧੋਣਾ। ਇਹ ਹੱਥਾਂ ਨੇ ਪਹਿਲਾਂ ਸੈਂਕੜਿਆਂ ਬੱਚਿਆਂ ਦੇ ਜਨਮ ਕਰਾਏ, ਸੈਂਕੜਿਆਂ ਬੱਚਿਆਂ ਦੇ ਮਲ ਮੂਤਰ ਧੋਤੇ ਨੇ, ਪਰ ਅੱਜ ਤੋਂ ਬਾਅਦ ਇਹ ਹੱਥ, ਇਹ ਸਰੀਰ ਤੁਹਾਡੀ ਨਜ਼ਰ ਦੇ ਨਾਲ ਇੰਨਾ ਜ਼ਿਆਦਾ ਪਵਿੱਤਰ ਹੋ ਗਿਆ ਹੈ ਨਾ, ਅੱਜ ਤੋਂ ਬਾਅਦ ਨਹੀਂ। ਉਸ ਤੋਂ ਬਾਅਦ ਦਾਈ ਦੌਲਤਾਂ ਨੇ ਕਦੇ ਵੀ ਕਿਸੇ ਬੱਚੇ ਦੀ ਪ੍ਰਸੂਤਾ ਨਹੀਂ ਕਰਾਈ। ਕਿਹਾ ਮਹਿਤਾ ਕਲਿਆਣ ਚੰਦ, ਦੁਨੀਆ ਦੇ ਬੱਚੇ ਸੰਸਾਰ ਵਿੱਚ ਆਉਣ ਲੱਗਿਆ ਰੋਂਦੇ ਨੇ, ਪਰ ਐਸਾ ਅਨੋਖਾ ਬਾਲਕ ਤੇਰੇ ਘਰ ਵਿੱਚ ਪੈਦਾ ਹੋਇਆ ਹੈ। ਬਾਲਕ ਹੱਸਿਆ ਹੈ, ਪਹਿਲੀ ਵਾਰ ਮੈਂ ਵੇਖਿਆ ਬਾਲਕ ਨੂੰ ਹੱਸਦਿਆਂ ਹੋਇਆ। ਮਹਿਤਾ ਕਲਿਆਣ ਚੰਦ ਜੀ ਅੰਦਰ ਗਏ ਨੇ, ਜਾ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ। ਧੰਨ ਭਾਗ ਹੋ ਗਿਆ ਹੈ, ਬੱਚਾ ਕੁਝ ਦਿਨ ਦਾ ਹੋਇਆ ਹੈ। ਪੰਡਤ ਹਰਦਿਆਲ ਜੀ ਨਾਮ ਕਰਨ ਵਾਸਤੇ ਘਰ ਵਿੱਚ ਆਏ ਨੇ। ਉਹ ਸਮਾਂ ਇਹੋ ਜਿਹਾ ਸੀ ਕਿਉਂਕਿ ਸਨਾਤਨ ਧਰਮ ਦਾ ਜ਼ੋਰ ਸੀ। ਫਿਰ ਜਿਹੜੇ ਨਾਮਕਰਨ ਹੁੰਦੇ ਸੀ ਸਨਾਤਨ ਧਰਮ ਦੇ ਅਨੁਸਾਰ ਹੀ ਕੀਤੇ ਜਾਂਦੇ ਸਨ। ਪੰਡਤ ਹਰਦਿਆਲ ਜੀ ਨੇ ਸੱਦਿਆ ਦਾਈ ਦੌਲਤਾਂ ਨੂੰ ਵੀ ਤੂੰ ਜਨਮ ਕਰਾਇਆ, ਵੀ ਜਦੋਂ ਜਨਮ ਕਰਾਇਆ ਕੈਸੇ ਲੱਛਣ ਸਨ ਬੱਚੇ ਦੇ। ਫਿਰ ਦਾਈ ਦੌਲਤਾਂ ਨੇ ਦੱਸਿਆ ਕਿ ਪੰਡਤ ਜੀ ਜਦੋਂ ਜਨਮ ਹੋਇਆ ਨਾ, ਚੌਮੁਖੀਏ ਦੀਵੇ ਦਾ ਚਾਨਣ ਘਟ ਗਿਆ। ਇੰਨਾ ਜ਼ਿਆਦਾ ਪ੍ਰਕਾਸ਼ ਇਸ ਬਾਲਕ ਦੇ ਚਿਹਰੇ ਦਾ ਹੋਇਆ ਹੈ, ਮੇਰੇ ਸਰੀਰ ਦੇ ਅੰਦਰ ਚਰਨਾਹਟ ਔਰ ਸਾਰਾ ਸਰੀਰ ਸੁੰਨ ਹੋ ਗਿਆ। ਔਰ ਇਹ ਬਾਲਕ ਜਨਮ ਵੇਲੇ ਹੱਸਿਆ ਹੈ। ਫਿਰ ਉਹਨਾਂ ਨਛੱਤਰਾਂ ਨੂੰ ਮੁੱਖ ਰੱਖ ਕੇ, ਗ੍ਰਹਿਆਂ ਨੂੰ ਮੁੱਖ ਰੱਖ ਕੇ
ਫਿਰ ਪੰਡਤ ਹਰਦਿਆਲ ਜੀ ਨੇ ਸਤਿਗੁਰਾਂ ਦਾ ਨਾਮ ਰੱਖਿਆ ਨਾਨਕ ਦੇਵ, ਨਾਮ ਰੱਖਿਆ ਗਿਆ ਹੈ। ਸਤਿਗੁਰ 5 ਸਾਲ ਦੇ ਹੋਏ ਨੇ, 4.5-5 ਸਾਲ ਦੇ, ਤੇ ਪਾਂਦੇ ਗੋਪਾਲ ਪਾਸ ਸਤਿਗੁਰਾਂ ਨੂੰ ਪੜਨ ਵਾਸਤੇ ਮਹਿਤਾ ਕਲਿਆਣ ਚੰਦ ਜੀ ਭੇਜਦੇ ਨੇ। ਪੰਡਿਤ ਗੋਪਾਲ ਜੀ ਕੋ, ਪਾਂਦੇ ਗੋਪਾਲ ਜੀ ਕੋ ਜਾਂਦੇ ਨੇ, ਉਹ ਅੱਖਰ ਪੜਾਉਂਦਾ ਹੈ ਤੇ ਮਹਾਰਾਜ ਫਿਰ ਸਵਾਲ ਕਰ ਦਿੰਦੇ ਨੇ ਵੀ ਊੜੇ ਤੋਂ ਪਹਿਲਾਂ ਕੀ ਆਉਂਦਾ ਹੈ। ਪੰਡਿਤ ਗੋਪਾਲ, ਪਾਂਦਾ ਗੋਪਾਲ ਨਿਰੁੱਤਰ ਹੋ ਜਾਂਦਾ ਹੈ ਵੀ ਇਹਦੇ ਤੋਂ ਪਹਿਲਾਂ ਤਾਂ ਕੋਈ ਆਉਂਦਾ ਹੀ ਨਹੀਂ। ਧੰਨ ਗੁਰੂ ਨਾਨਕ ਦੇ ਮਹਾਰਾਜ ਫੱਟੀ ਤੇ ਊੜਾ ਲਿਖ ਕੇ ਤੇ ਨਾਲ ਏਕਾ ਲਿਖ ਦਿੰਦੇ ਨੇ, ਕਹਿੰਦੇ ਨੇ ਗੋਪਾਲ ਜੀ, ਪੰਡਤ ਜੀ, ਓਂਕਾਰ ਤੋਂ ਪਹਿਲਾਂ ਇੱਕ ਪਰਮਾਤਮਾ ਆਉਂਦਾ ਹੈ। ਪੜਨ ਤੇ ਆਪ ਗਏ ਸੀ ਪਰ ਪਾਂਦੇ ਗੋਪਾਲ ਨੂੰ ਪੜਾ ਕੇ ਆਏ ਨੇ। ਜਾ ਕੇ ਪਾਂਦਾ ਗੋਪਾਲ ਦੱਸਦਾ ਹੈ ਮਹਿਤਾ ਕਲਿਆਣ ਚੰਦ ਨੂੰ, ਪਟਵਾਰੀ ਜੀ ਇੰਨਾ ਸੁਚੱਜਾ ਤੇ ਇੰਨਾ ਸਿਆਣਾ ਬਾਲਕ ਹੈ ਵੀ ਜਿਹੜੇ ਅੱਖਰ ਮੈਂ ਨਹੀਂ ਜ਼ਿੰਦਗੀ 'ਚ ਪੜ੍ਹੇ ਉਹ ਇਹਨੇ ਮੈਨੂੰ ਪੜਾ ਦਿੱਤੇ ਨੇ। ਫਿਰ ਹਜੂਰ ਨੂੰ ਫਾਰਸੀ ਪੜਨ ਵਾਸਤੇ ਮੁੱਲਾ ਕੁਤਬਦੀਨ ਪਾਸ ਭੇਜਿਆ ਜਾਂਦਾ। ਕੁਤਬਦੀਨ ਵੀ ਜਦੋਂ ਮਹਿਤਾ ਕਲਿਆਣ ਚੰਦ ਨੂੰ ਮਿਲਦੇ ਨੇ ਇਹੀ ਗੱਲ ਕਹਿੰਦੇ ਨੇ ਕਿ ਪਟਵਾਰੀ ਜੀ ਜਿਹੜੇ ਅੱਖਰ ਮੈਂ ਜ਼ਿੰਦਗੀ 'ਚ ਨਹੀਂ ਵੇਖੇ, ਜਿਹੜੇ ਸ਼ਬਦ ਮੈਂ ਜ਼ਿੰਦਗੀ 'ਚ ਨਹੀਂ ਸੁਣੇ, ਉਹ ਸ਼ਬਦ ਮੈਂ ਤੁਹਾਡੇ ਬੱਚੇ ਨਾਨਕ ਦੇ ਮੂੰਹ ਸੁਣੇ ਨੇ। ਐਸੀ ਵਿਦਿਆ ਦੇ ਮਾਰਤੰਡ ਨੇ, ਐਸੀ ਵਿਦਿਆ ਦੇ ਮਾਲਕ ਨੇ, ਮੈਂ ਇਹਨਾਂ ਨੂੰ ਕੀ ਪੜਾ ਸਕਦਾ ਹੈ। ਇਹ ਤੇ ਸੂਰਜ ਨੂੰ ਦੀਵਾ ਦਿਖਾਉਣ ਦੀ ਗੱਲ ਹੈ। ਇਹ ਤੇ ਉੱਚ ਕੋਟੀ ਦੇ ਵਿਦਵਾਨ ਨੇ। ਪੜ੍ਹਾਈ ਪੂਰੀ ਹੋ ਗਈ, ਉਮਰ ਵੱਡੀ ਹੋਈ, ਪਿਤਾ ਜੀ ਨੇ ਸੋਚਿਆ ਵੀ ਕੋਈ ਕੰਮਕਾਰ ਤੇ ਇਹਨਾਂ ਨੂੰ ਲਾਉਣੇ। ਹੁਣ ਗੁਰੂ ਨਾਨਕ ਦੇ ਮਹਾਰਾਜ ਦੀਆਂ ਬਚਪਨ ਦੀਆਂ ਲੀਲਾ ਜਿਹੜੀਆਂ ਸਨ ਸਾਰੇ ਹੀ ਤਲਵੰਡੀ ਨਗਰ ਦੇ ਅੰਦਰ ਘੁੰਮ ਗਈਆਂ ਤੇ ਰਾਏ ਬੁਲਾਰ ਖਾਂ ਭੱਟੀ ਜਿਹੜਾ ਰਾਜਾ ਹੈ ਇਸ ਇਲਾਕੇ ਦਾ, ਤਲਵੰਡੀ ਦਾ, ਜਿਹਦੇ ਰਾਜ ਵਿੱਚ ਮਹਿਤਾ ਕਲਿਆਣ ਚੰਦ ਜੀ ਪਟਵਾਰੀ ਨੇ, ਜਦੋਂ ਉਹਨਾਂ ਨੇ ਸੁਣਿਆ ਨਾ ਬੜੇ ਹੈਰਾਨ ਹੋਏ। ਸਤਿਗੁਰ ਮੱਝਾਂ ਚਾਰਨ ਵਾਸਤੇ ਪਿਤਾ ਨੇ ਭੇਜ ਦਿੱਤਾ ਵੀ ਜਾਓ ਮੱਝਾਂ ਚਰਾ ਕੇ ਲਿਆਓ। ਜੇ ਤੁਸੀਂ ਪੜ੍ਹਾਈ ਪੂਰੀ ਕਰ ਲਈ ਤੇ ਖੇਤੀ ਦਾ ਕੰਮ ਕਰੋ। ਹੁਣ ਮਹਾਰਾਜ ਮੱਝਾਂ ਚਾਰਨ ਜਾਂਦੇ ਨੇ, ਆਪ ਹਜੂਰ ਉੱਥੇ ਲੰਮੇ ਪੈ ਜਾਂਦੇ ਨੇ, ਆਰਾਮ ਕਰਨ ਲੱਗ ਪੈਂਦੇ ਨੇ। ਸਰੀਰ ਤੇ ਧੁੱਪ ਆ ਜਾਂਦੀ ਹੈ। ਇੱਕ ਫਿਰ ਵੱਡਾ ਨਾਗ, ਸ਼ੇਖ ਨਾਗ ਆਉਂਦਾ ਹੈ, ਵੱਡੀ ਫਨ ਵਾਲਾ, ਉਹ ਹਜੂਰ ਦੇ ਸਿਰ ਤੇ ਛਾਂ ਕਰਕੇ ਬਹਿ ਜਾਂਦਾ ਹੈ। ਇੰਨੇ ਨੂੰ ਕੁਝ ਸਮਾਂ ਢਲਦਾ ਹੈ ਤੇ ਰਾਏ ਬੁਲਾਰ ਖਾਂ ਆਪਣੇ ਰਾਜ ਦਾ ਗੇੜਾ ਲਾ ਕੇ ਆ ਰਹੇ ਨੇ ਆਪਣੇ ਸਿਪਾਹੀਆਂ ਦੇ ਨਾਲ। ਉਹ ਦੂਰੋਂ ਵੇਖਦੇ ਨੇ, ਕਹਿੰਦੇ ਵੀ ਇਹ ਮਹਿਤਾ ਕਲਿਆਣ ਚੰਦ ਦਾ ਪੁੱਤਰ ਨਾਨਕ ਹੈ ਤੇ ਇਹਦੇ ਸਰੀਰ ਦੇ ਉੱਪਰ ਏਡਾ ਵੱਡਾ ਸੱਪ ਖੜਾ ਹੋਇਆ, ਕਿਤੇ ਨੁਕਸਾਨ ਨਾ ਕਰ ਦੇਵੇ। ਛੇਤੀ ਨਾਲ ਆਪਣਾ ਘੋੜਾ ਰੋਕਦੇ ਨੇ, ਘੋੜੇ ਤੋਂ ਉਤਰ ਕੇ ਧੰਨ ਗੁਰੂ ਨਾਨਕ ਦੇ ਮਾਰਗ ਵੱਲ ਜਾਂਦੇ ਨੇ। ਸੱਪ ਸ਼ੇਖ ਨਾਗ ਉਹਨਾਂ ਨੂੰ ਆਉਂਦਿਆਂ ਵੇਖ ਕੇ ਉੱਥੋਂ ਚਲੇ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੂੰ ਉਠਾਉਂਦੇ ਨੇ, ਦੱਸਦੇ ਨੇ ਵੀ ਇੱਥੇ ਬੜਾ ਵੱਡਾ ਨਾਗ ਸੀ। ਫਿਰ ਅਗਲੇ ਦਿਨ ਕਿਸੇ ਜ਼ਿਮੀਂਦਾਰ ਦੀ ਸਾਰੀ ਫਸਲ ਖਾ ਜਾਂਦੇ ਨੇ ਪਸ਼ੂ। ਮਾਰੇ ਤੇ ਬੇਪਰਵਾਹ ਸਨ, ਉਹ ਤੇ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹ ਬੇਪਰਵਾਹ ਸਦਾ ਹੈ। ਹੁਣ ਉਹ ਜ਼ਿਮੀਂਦਾਰ ਰਾਏ ਬੁਲਾਰ ਦੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਹੈ। ਮਹਿਤਾ ਕਲਿਆਣ ਚੰਦ ਨੂੰ ਸੱਦਿਆ ਜਾਂਦਾ ਹੈ, ਗੁਰੂ ਨਾਨਕ ਸਾਹਿਬ ਨੂੰ ਬੁਲਾਇਆ ਜਾਂਦਾ ਹੈ। ਰਾਏ ਬੁਲਾਰ ਖਾਂ ਭੱਟੀ ਆਪ ਖੇਤ ਵੇਖਣ ਜਾਂਦਾ ਹੈ, ਜਿਸ ਜ਼ਿਮੀਂਦਾਰ ਦੇ ਖੇਤ ਉਜੜੇ ਨੇ।
ਜਦੋਂ ਵੇਖਣ ਜਾਂਦਾ ਹੈ ਨਾ, ਖੇਤ ਤੇ ਉਵੇਂ ਹੀ ਖੜੇ ਨੇ, ਡਾਂਟਦਾ ਹੈ ਵੀ ਤੂੰ ਨਾਨਕ ਦੇ ਖਿਲਾਫ ਝੂਠੀ ਸ਼ਿਕਾਇਤ ਲੈ ਕੇ ਆਏ। ਖੇਤ ਤੇ ਉਵੇਂ ਹੀ ਖੜੇ ਹੋਏ ਨੇ ਜਿਵੇਂ ਤੇਰੀ ਫਸਲ ਪਹਿਲਾਂ ਸੀ। ਰਾਏ ਬੁਲਾਰ ਖਾਂ ਭੱਟੀ ਦੀ ਸ਼ਰਧਾ ਗੁਰੂ ਨਾਨਕ ਚ ਬਣ ਗਈ। ਪਹਿਲੀ ਸਿੱਖ ਬੀਬੀ ਦੌਲਤਾਂ ਹੋਈ ਹੈ ਜਿਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਪਹਿਲੀ ਦ੍ਰਿਸ਼ਟੀ, ਦਇਆ ਦ੍ਰਿਸ਼ਟੀ ਉਹਨਾਂ ਤੇ ਪਈ ਹੈ। ਦੂਜੇ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੇਬੇ ਨਾਨਕੀ ਜੀ ਹੋਏ ਨੇ। ਤੀਜੇ ਸਿੱਖ ਗੁਰੂ ਨਾਨਕ ਦੇਵ ਮਹਾਰਾਜ ਦੇ ਰਾਏ ਬੁਲਾਰ ਖਾਂ ਭੱਟੀ ਹੋਏ ਨੇ। ਰਾਏ ਬੁਲਾਰ ਖਾਂ ਭੱਟੀ ਨੇ ਘਰ ਵਿੱਚ ਔਲਾਦ ਕੋਈ ਨਹੀਂ ਸੀ, ਵਿਆਹ ਹੋਏ ਨੂੰ ਬੜਾ ਸਮਾਂ ਹੋ ਗਿਆ। ਰਾਏ ਬੁਲਾਰ ਖਾਂ ਭੱਟੀ ਚੋਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਜਾਂਦੇ ਨੇ, ਰੋਜ਼ ਹੀ ਜਾਂਦੇ ਨੇ, ਵੇਖਦੇ ਨੇ ਵੀ ਕਿਸੇ ਸਮੇਂ ਨਾਨਕ ਘਰ ਵਿੱਚ ਇਕੱਲਾ ਹੋਵੇ, ਮੈਨੂੰ ਮਿਲੇ ਤੇ ਮੈਂ ਗੁਰੂ ਨਾਨਕ ਦੇ ਚਰਨ ਪਰਸਾਂ। ਭਾਵੇਂ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਰਾਏ ਬੁਲਾਰ ਖਾਂ ਭੱਟੀ ਨੂੰ ਬਾਬਾ ਜੀ ਕਹਿ ਕੇ ਬੁਲਾਇਆ ਕਰ, ਸਤਿਕਾਰ ਕਰਿਆ ਕਰਦੇ ਸਨ ਉਹਨਾਂ ਦਾ। ਇੱਕ ਦਿਨ ਐਸਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਵਿਹੜੇ 'ਚ ਮੰਜੇ ਤੇ ਲੰਮੇ ਪਏ ਨੇ, ਆਰਾਮ ਵਿੱਚ ਨੇ, ਤੇ ਰਾਏ ਬੁਲਾਰ ਖਾਂ ਭੱਟੀ ਚਲੇ ਗਿਆ। ਗੁਰੂ ਨਾਨਕ ਸਾਹਿਬ ਦੇ ਦੋਵੇਂ ਚਰਨ ਫੜ ਕੇ ਰਾਏ ਬੁਲਾਰ ਖਾਂ ਭੱਟੀ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਦਾ ਹੈ ਤੇ ਕਹਿੰਦਾ, ਇਹ ਗੁਰੂ ਨਾਨਕ, ਤੁਸੀਂ ਜਾਣਦੇ ਹੋ ਵੀ ਮੈਨੂੰ ਕੀ ਲੋੜ ਹੈ, ਤੁਸੀਂ ਸਭ ਕੁਝ ਜਾਣਦੇ ਹੋ, ਪਰ ਮੈਂ ਸਾਰੀ ਦੁਨੀਆ ਦੇ ਸਾਹਮਣੇ ਤੁਹਾਡੇ ਕੋਲ ਮੰਗ ਨਹੀਂ ਸਕਦਾ। ਕਿਰਪਾ ਕਰੋ, ਜਿਸ ਵਸਤ ਦੀ ਮੇਰੀ ਇੱਛਾ ਪੂਰੀ ਹੋ ਜਾਵੇ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਰਾਏ ਬੁਲਾਰ ਖਾਂ ਭੱਟੀ ਵਾਪਸ ਆਏ ਨੇ। 1 ਸਾਲ ਬਾਅਦ ਫਿਰ ਰਾਏ ਬੁਲਾਰ ਖਾਂ ਭੱਟੀ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ। 1 ਸਾਲ ਬਾਅਦ ਬਾਲਕ ਪੈਦਾ ਹੁੰਦਾ ਹੈ ਘਰ ਵਿੱਚ। 700 ਏਕੜ ਜ਼ਮੀਨ ਰਾਏ ਬੁਲਾਰ ਖਾਂ ਭੱਟੀ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ, ਆਪਣੇ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ। ਔਰ ਗੁਰੂ ਨਾਨਕ ਦੇਵ ਮਹਾਰਾਜ ਹੁਣ ਮੱਝਾਂ ਵੀ ਨਹੀਂ ਚਰਾਉਂਦੇ। ਪਿਤਾ ਨੇ ਵਪਾਰ ਕਰਨ ਵਾਸਤੇ ਚੂੜ ਕਾਣੇ ਦੀ ਮੰਡੀ ਵਿੱਚ ਭੇਜਿਆ, 20 ਰੁਪਏ ਦੇ ਦਿੱਤੇ, ਵੀ ਜਾਓ। ਜਾ ਰਹੇ ਨੇ, ਰਸਤੇ 'ਚ ਇੱਕ ਸਾਧੂਆਂ ਦੀ ਮੰਡਲੀ ਵੇਖੀ, ਬੈਠੇ ਹੋਏ ਨੇ ਸਾਧੂ, ਤੇ ਕਈ ਦਿਨਾਂ ਦੇ ਭੁੱਖੇ ਨੇ। ਉਸ ਸਾਧੂ ਮੰਡਲੀ ਦਾ ਜਿਹੜਾ ਪ੍ਰਮੁੱਖ ਸਾਧੂ ਹੈ ਸੰਤ ਰੇਨ, ਉਹਨੂੰ ਗੁਰੂ ਨਾਨਕ ਦੇਵ ਮਹਾਰਾਜ ਜਾ ਕੇ ਮਿਲਦੇ ਨੇ, ਪੁੱਛਦੇ ਨੇ ਵੀ ਕਿੱਥੋਂ ਆਏ ਜੇ, ਕਿੰਨਾ ਸਮਾਂ ਹੋ ਗਿਆ ਹੈ। ਉਹ ਫਿਰ ਦੱਸਦਾ ਹੈ ਮਹਾਰਾਜ ਨੂੰ ਵੀ ਇੰਨਾ ਸਮਾਂ ਹੋ ਗਿਆ ਹੈ, ਇੰਨੇ ਸਮੇਂ ਤੋਂ ਕੋਈ ਅੰਨ ਦਾ ਦਾਣਾ ਨਹੀਂ ਗ੍ਰਹਿਣ ਕੀਤਾ, ਕੇਵਲ ਪਾਣੀ ਪੀ ਕੇ ਸਾਰੀ ਮੰਡਲੀ ਚੱਲਦੀ ਫਿਰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਿਰਦੇ ਵਿੱਚ ਦਇਆ ਆਈ, ਕਰੁਣਾ ਆਈ। ਮਹਾਰਾਜ ਚੂੜ ਕਾਣੇ ਦੀ ਮੰਡੀ ਗਏ, ਭਾਈ ਬਾਲਾ ਜੀ ਨੂੰ ਨਾਲ ਲੈ ਕੇ। 20 ਰੁਪਏ ਜਿਹੜੇ ਮਹਿਤਾ ਕਲਿਆਣ ਚੰਦ ਨੇ ਦਿੱਤੇ ਸਨ, ਉਸ ਸਾਰੇ ਵੀ, ਚਲੋ ਅੱਜ ਕੱਲ ਦਾ ਰੁਪਈਆਂ ਦਾ ਸਮਾਂ, ਕਰੰਸੀ ਦਾ ਨਾਮ ਪਰ ਰੁਪਈਏ ਲੈਨੇ, ਉਦੋਂ ਰਜਪਤਨ ਹੁੰਦੇ ਸਨ, ਉਦੋਂ ਦੀ ਕਰੰਸੀ ਰਜਪਤਨ ਸੀ, ਉਦੋਂ ਰੁਪਈਆਂ ਨੂੰ ਰਜਪਤਨ ਕਿਹਾ ਜਾਂਦਾ ਸੀ। 20 ਰਜਪਤਨ ਜਿਹੜੇ ਸਨ ਲੈ ਕੇ ਗਏ, ਉਹਨਾਂ ਦਾ ਸੀਧਾ ਖਰੀਦ ਕੇ ਲਿਆਂਦਾ, ਰਸਤ ਪਾਣੀ ਖਰੀਦ ਕੇ ਲਿਆ ਕੇ ਉਹਨਾਂ ਸਾਧੂਆਂ ਨੂੰ ਦਿੱਤਾ। ਉਹਨਾਂ ਦੇ ਨਾਲ ਲੱਗ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ, ਪੰਗਤ ਲਵਾਈ ਉਹਨਾਂ ਦੀ, ਤੇ ਮਹਾਰਾਜ ਵਰਤਾ ਰਹੇ ਨੇ। ਹੁਣ ਜਦੋਂ ਸਾਰਿਆਂ ਦੀਆਂ ਥਾਲੀਆਂ ਪਰੋਸ ਦਿੱਤੀਆਂ ਤੇ ਉਹ ਖਾ ਨਹੀਂ ਰਹੇ ਸਾਧੂ, ਮਹਾਰਾਜ ਗੁਰੂ ਨਾਨਕ ਸਾਹਿਬ ਸੰਤ ਰੇਨ ਨੂੰ ਕਹਿੰਦੇ ਵੀ ਮਹਾਤਮਾ ਜੀ,
ਤੁਸੀਂ ਛਕਦੇ ਕਿਉਂ ਨਹੀਂ? ਛਕੋ। ਸੰਤ ਨੇਨ ਹੱਥ ਜੋੜ ਕੇ ਕਹਿੰਦਾ ਵੀ ਤੁਹਾਡਾ ਤੇਜ ਪ੍ਰਤਾਪ ਇੰਨਾ ਜ਼ਿਆਦਾ ਹੈ ਵੀ ਅਸੀਂ ਤੁਹਾਡੇ ਪ੍ਰਤਾਪ ਦੇ ਸਾਹਮਣੇ ਭੋਜਨ ਨਹੀਂ ਛਕ ਸਕਦੇ। ਤੁਸੀਂ ਸਾਡੇ ਤੋਂ ਪਰਦਾ ਕਰੋ, ਫਿਰ ਅਸੀਂ ਭੋਜਨ ਜਿਹੜਾ ਉਹ ਛਕ ਸਕਦੇ। ਮਹਾਰਾਜ ਪਾਸੇ ਗਏ, ਉੱਥੋਂ ਆ ਗਏ। ਉਹਨਾਂ ਨੇ ਪ੍ਰਸ਼ਾਦ ਛਕਿਆ। ਘਰੇ ਮਹਿਤਾ ਕਲਿਆਣ ਚੰਦ ਜੀ ਨੂੰ ਪਤਾ ਲੱਗਾ, ਉਹਨਾਂ ਨੇ ਥੱਪੜ ਵੀ ਮਾਰਿਆ ਗੁਰੂ ਨਾਨਕ ਸਾਹਿਬ ਦੇ। ਇਹ ਗੱਲ ਰਾਏ ਬੁਲਾਰ ਖਾਂ ਭੱਟੀ ਨੂੰ ਪਤਾ ਲੱਗੀ। ਰਾਏ ਬੁਲਾਰ ਖਾਂ ਭੱਟੀ ਆਇਆ। ਉਹਨੇ ਆ ਕੇ ਮਹਿਤਾ ਕਲਿਆਣ ਚੰਦ ਨੂੰ ਝਿੜਕਿਆ ਤੇ ਨਾਲ ਇਹ ਗੱਲ ਵੀ ਕਹਿ ਦਿੱਤੀ ਵੀ ਜੋ ਨਾਨਕ ਨੁਕਸਾਨ ਕਰੇਗਾ, ਜੋ ਵੀ ਅੱਜ ਤੋਂ ਬਾਅਦ ਮੇਰੇ ਰਾਜ ਦੇ ਅੰਦਰ ਨਾਨਕ ਨੁਕਸਾਨ ਕਰੇਗਾ ਨਾ, ਨਾਨਕ ਨੂੰ ਕੋਈ ਕੁਝ ਨਹੀਂ ਕਹੇਗਾ। ਜਿਹਦਾ ਜਿੰਨਾ ਵੀ ਨੁਕਸਾਨ ਹੋਵੇ ਉਹ ਚੁੱਪ ਕਰਕੇ ਮੇਰੇ ਘਰੇ ਆਵੇ ਤੇ ਮੇਰੇ ਕੋਲੋਂ ਆਪਣੇ ਨੁਕਸਾਨ ਦੇ ਪੈਸੇ ਲੈ ਜਾਵੇ। ਨਾਨਕ ਨੂੰ ਕੋਈ ਉਹ ਨਹੀਂ ਕਹੇਗਾ। ਇਹ ਰਾਏ ਬੁਲਾਰ ਖਾਂ ਭੱਟੀ ਨੇ ਐਲਾਨ ਕਰ ਦਿੱਤਾ ਤੇ ਮਹਿਤਾ ਕਲਿਆਣ ਚੰਦ ਨੂੰ ਵੀ ਝਾੜ ਪਾਈ। ਪਟਵਾਰੀ ਜੀ ਤੁਸੀਂ ਇਹ ਕੀ ਕੀਤਾ? ਇੱਕ 20 ਰੁਪਈਆਂ ਪਿੱਛੇ ਪੁੱਤਰ ਨੂੰ ਥੱਪੜ ਕੱਢ ਮਾਰਿਆ। ਗੁਰੂ ਨਾਨਕ ਸਾਹਿਬ ਉਸ ਸਮੇਂ ਤੋਂ ਬਾਅਦ ਕੁਝ ਉਦਾਸ ਰਹਿਣ ਲੱਗ ਪਏ। ਵੈਦ ਨੂੰ ਬੁਲਾਇਆ ਗਿਆ। ਮਹਾਰਾਜ ਦੇ ਸਰੀਰ ਦਾ ਉਹਨੇ ਨਿਰੀਖਣ ਕੀਤਾ, ਕੋਈ ਵੀ ਰੋਗ ਨਹੀਂ ਮਿਲਿਆ। ਨਾ ਤੇ ਮਹਾਰਾਜ ਹੁਣ ਚੰਗੀ ਤਰ੍ਹਾਂ ਖਾਂਦੇ ਨੇ, ਨਾ ਘਰੋਂ ਬਾਹਰ ਜਾਂਦੇ ਨੇ। ਬਹੁਤਾ ਦੇਰ ਆਰਾਮ ਵਿੱਚ ਹੀ ਰਹਿੰਦੇ ਨੇ। ਘਰ ਵਿੱਚ ਕੰਮ ਕਰਨ ਵਾਲੀ ਹੈ ਗੋਲੀ ਗੋਮਤਾ। ਇੱਕ ਦਿਨ ਗੁਰੂ ਨਾਨਕ ਸਾਹਿਬ ਜਿਹੜੇ ਕਮਰੇ 'ਚ ਅੰਦਰ ਲੰਮੇ ਪਏ ਨੇ ਮੰਜੇ ਤੇ ਮਹਾਰਾਜ ਦੇ ਚਰਨ ਨੰਗੇ ਸਨ। ਝਾੜੂ ਦੇ ਰਹੀ ਸੀ ਕਮਰੇ 'ਚ। ਮਨ ਵਿੱਚ ਖਿਆਲ ਆਇਆ ਵੀ ਇੰਨੇ ਸੁੰਦਰ ਚਰਨ ਨੇ, ਮੈਂ ਚੁੰਮ ਹੀ ਲਵਾਂ। ਤੇ ਮਹਾਰਾਜ ਦਾ ਅੰਗੂਠਾ ਨਾ ਮੂੰਹ 'ਚ ਪਾ ਲਿਆ। ਜਦੋਂ ਮਹਾਰਾਜ ਦਾ ਅੰਗੂਠਾ ਮੂੰਹ 'ਚ ਪਾ ਲਿਆ ਤੇ ਗੋਲੀ ਗੋਮਤਾਂ ਦੇ ਕਪਾਟ ਖੁੱਲ ਗਏ, ਚਾਨਣ ਹੋ ਗਿਆ। ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਮਾਤਾ ਤ੍ਰਿਪਤਾ ਬਾਹਰ ਆਵਾਜ਼ ਮਾਰ ਰਹੀ ਵੀ ਨਾਨਕ ਬਾਹਰ ਆ, ਕੁਝ ਖਾ ਲੈ, ਕੁਝ ਪੀ ਲੈ। ਇੰਨੀ ਦ੍ਰਿਸ਼ਟੀ ਗੋਲੀ ਦੀ ਬਣ ਗਈ, ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਕਿੱਥੇ ਨੇ। ਅੱਗੋਂ ਮਾਤਾ ਤ੍ਰਿਪਤਾ ਨੂੰ ਕਹਿੰਦੀ, ਮਾਤਾ ਜੀ ਨਾਨਕ ਤੇ ਕਿਸੇ ਦਾ ਡੁੱਬਿਆ ਬੇੜਾ ਤਾਰ ਰਿਹਾ, ਨਾਨਕ ਤੇ ਹੈ ਹੀ ਨਹੀਂ। ਜਦੋਂ ਇੰਨੀ ਗੱਲ ਸੁਣੀ ਤੇ ਮਾਤਾ ਤ੍ਰਿਪਤਾ ਜੀ ਅੰਦਰ ਆਏ, ਗੁਰੂ ਨਾਨਕ ਸਾਹਿਬ ਨੂੰ ਉਠਾਇਆ। ਕਹਿੰਦੇ ਬੇਟਾ ਤੂੰ ਕਿੱਥੇ ਗਿਆ ਸੀ? ਗੋਲੀ ਤੇ ਕਹਿੰਦੀ ਵੀ ਇਹ ਤੇ ਬੇੜੇ ਤਾਰਦਾ ਫਿਰਦਾ। ਮਹਾਰਾਜ ਕਹਿੰਦੇ ਨਹੀਂ ਮਾਤਾ ਜੀ, ਇਹ ਝੱਲੀ, ਇਹਨੂੰ ਕੀ ਪਤਾ। ਐਸਾ ਬ੍ਰਹਮ ਗਿਆਨ ਦਾ ਝੱਲ ਉਸ ਗੋਲੀ ਦੀ ਝੋਲੀ 'ਚ ਹਜ਼ੂਰ ਨੇ ਪਾਇਆ। ਇੱਕ ਦਿਨ ਮਹਾਰਾਜ ਦੀ ਮਾਸੀ ਲੱਖੋ ਆਈ, ਲਾਹੌਰ ਦੇ ਨੇੜੇ ਵਿਆਹੇ ਹੋਏ ਸਨ। ਉਹ ਮਿਲਣ ਵਾਸਤੇ ਆਏ ਤੇ ਕਹਿਣ ਲੱਗੀ, ਤ੍ਰਿਪਤਾ ਤੇਰਾ ਮੁੰਡਾ ਤੇ ਨਿਹਰਾ ਹੀ ਕਮਲਾ ਹੈ, ਘਰ ਦੀਆਂ ਚੀਜ਼ਾਂ ਬਾਹਰ ਲੋਕਾਂ ਨੂੰ ਦੇ ਆਉਂਦਾ ਹੈ, ਘਰੋਂ ਜਿਹੜੀ ਚੀਜ਼ ਵੇਖਦਾ ਹੈ ਚੁੱਕ ਕੇ ਬਾਹਰ ਵੰਡ ਆਉਂਦਾ ਹੈ। ਤੇ ਨਾਲ ਸੀ ਮਾਸੀ ਲੱਖੋ ਦਾ ਪੁੱਤਰ ਰਾਮ ਥੰਮਣ। ਜਦੋਂ ਗੁਰੂ ਨਾਨਕ ਸਾਹਿਬ ਨੇ ਮਾਸੀ ਲੱਖੋ ਦਾ ਬਚਨ ਸੁਣਿਆ ਤੇ ਮਹਾਰਾਜ ਕਹਿਣ ਲੱਗੇ, ਮਾਸੀ ਮੈਂ ਤਾਂ ਜੇ ਥੋੜਾ ਬਹੁਤਾ ਹੀ ਕਮਲਾ ਹੈ, ਤੇਰਾ ਮੁੰਡਾ ਸਿਰੇ ਦਾ ਹੀ ਹੋਊਗਾ। ਐਸਾ ਭਗਤ ਬਾਬਾ ਰਾਮ ਥੰਮਣ ਜੀ ਬਣੇ। ਅੱਜ ਵੀ ਉਹਨਾਂ ਦੀ ਪੂਜਾ ਹੁੰਦੀ ਸੰਸਾਰ ਦੇ ਅੰਦਰ। ਪੰਜਾਬ ਦੇ ਅੰਦਰ ਬਹੁਤ ਸਾਰੇ ਗੁਰਦੁਆਰੇ ਨੇ ਬਾਬਾ ਰਾਮ ਥੰਮਣ ਦੇ, ਪਾਕਿਸਤਾਨ ਵਿੱਚ ਵੀ ਨੇ। ਇੰਨੇ ਵੱਡੇ ਗੁਰੂ ਨਾਨਕ ਸਾਹਿਬ ਦੇ ਬਚਨ ਦੇ ਨਾਲ ਭਗਤ ਬਣ ਗਏ।
ਕਿੰਨਿਆਂ ਨੂੰ ਮਹਾਰਾਜ ਨੇ ਤਾਰਿਆ। ਐਵੇਂ ਥੋੜੀ ਆਪਾਂ ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਕਹਿੰਦੇ ਆ। ਜਿੱਥੇ ਮਹਾਰਾਜ ਗਏ, ਜਿਹੋ ਜਿਹਾ ਦੇਸ ਉਹੋ ਜਿਹਾ ਭੇਸ, ਉਹੋ ਜਿਹੀ ਬੋਲੀ ਬਣਾ ਕੇ ਮਹਾਰਾਜ ਨੇ ਉੱਥੋਂ ਦੇ ਲੋਕਾਂ ਨੂੰ ਤਾਰਿਆ। ਜੇ ਮਹਾਰਾਜ ਨਾਨਕ ਸਤਿਗੁਰੂ ਤਿੱਬਤ ਗਏ, ਨਾਨਕ ਲਾਮਾ, ਅੱਜ ਵੀ ਤਿੱਬਤ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਨਾਨਕ ਲਾਮਾ ਦੇ ਨਾਮ ਨਾਲ ਯਾਦ ਕਰਦੇ ਨੇ। ਇਟਲੀ ਚ ਗਏ, ਉੱਥੇ ਚਾਓ ਜੀ, ਅੱਜ ਵੀ ਕਈ ਲੋਕ ਇਟਲੀ ਦੇ ਐਸੇ ਨੇ ਜਿਹੜੇ ਪੁਰਾਣੇ, ਜਦੋਂ ਇੱਕ ਦੂਜੇ ਨੂੰ ਮਿਲਦੇ ਨੇ ਚਾਓ ਜੀ ਕਹਿ ਕੇ ਮਿਲਦੇ। ਜੇ ਮਹਾਰਾਜ ਚਾਈਨਾ ਵਿੱਚ ਗਏ, ਗੁਰੂ ਰਿੰਪਚੌਰੀਆ, ਕਈ ਤਰ੍ਹਾਂ ਦੇ ਨਾਂ ਉਹਨਾਂ ਦੇ ਅੱਜ ਵੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਲਏ ਜਾਂਦੇ ਨੇ। ਉਹਨਾਂ ਨਾਮਾਂ ਦੇ ਨਾਲ ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਮੱਕੇ ਦਾ ਵੀ ਜ਼ਿਕਰ ਕੀਤਾ ਹੈ ਵੀ ਮਹਾਰਾਜ ਜਦੋਂ ਮੱਕੇ ਦੀ ਧਰਤੀ ਤੇ ਗਏ, ਫਿਰ ਬਾਬਾ ਮੱਕੇ ਗਿਆ। ਹੁਣ ਜਿਹੜਾ ਮੱਕਾ ਹੈ ਸਾਊਦੀ ਅਰਬ ਦੇ ਅੰਦਰ ਹੈ, ਮੁਸਲਮਾਨਾਂ ਦਾ, ਇਸਲਾਮ ਦਾ ਸਭ ਤੋਂ ਮੁਕੱਦਸ ਸਥਾਨ ਹੈ ਔਰ ਵੱਡਾ ਔਰ ਪਵਿੱਤਰ ਮੰਨਿਆ ਜਾਂਦਾ ਹੈ। ਜਿਵੇਂ ਆਪਾਂ ਹਰਮੰਦਰ ਸਾਹਿਬ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਔਰ ਮੁਕੱਦਸ ਸਥਾਨ ਹੈ, ਜਿੱਥੇ ਸਾਰੀ ਦੁਨੀਆ ਝੁਕਦੀ ਹੈ। ਔਰ ਉਹ ਮੱਕਾ ਹੈ ਮੁਸਲਮਾਨਾਂ ਵਾਸਤੇ, ਮੱਕੇ ਤੋਂ ਪਰੇ ਉਜਾੜ ਹੀ ਹੁੰਦਾ ਹੈ। ਹੁਣ ਉੱਥੇ ਹੱਜ ਕਰਨ ਵਾਸਤੇ ਮੁਸਲਮਾਨ ਜਾਂਦੇ ਨੇ। ਉਸ ਸਮੇਂ ਦੇ ਅੰਦਰ ਜਿਹੜੇ ਮੁਸਲਮਾਨ ਹੱਜ ਕਰਨ ਵਾਸਤੇ ਜਾਂਦੇ ਸਨ, ਨੀਲੇ ਵਸਤਰ ਪਾ ਕੇ ਹੱਜ ਕੀਤਾ ਜਾਂਦਾ ਸੀ। ਅੱਜ ਕੱਲ ਸਫੇਦ ਪਾਉਂਦੇ ਨੇ ਜਦੋਂ ਅੰਦਰ ਹੱਜ ਕਰਦੇ ਨੇ। ਨੀਲ ਵਸਤਰਲੇ ਕੱਪੜੇ ਪਹਿਰੇ, ਤੁਰਕ ਪਠਾਨੀਆ ਮੁਲਕੀਆ, ਮਹਾਰਾਜ ਬਾਣੀ ਵਿੱਚ ਵੀ ਲਿਖਦੇ ਨੇ। ਮਹਾਰਾਜ ਜਦੋਂ ਉੱਥੇ ਗਏ ਹੈ ਨਾ, ਹੁਣ ਉੱਥੇ ਮੱਕੇ ਦੇ ਅੰਦਰ ਜਦੋਂ ਪ੍ਰਵੇਸ਼ ਕਰਵਾਇਆ ਜਾਂਦਾ ਹੈ ਹਾਜੀ ਦਾ, ਉਹਦੇ ਕੋਲੋਂ ਸਹੁੰ ਲਈ ਜਾਂਦੀ ਹੈ। ਕੁਰਾਨ ਸ਼ਰੀਫ ਔਰ ਇੱਕ ਕੁਰਾਨ ਮਜੀਦ ਹੈ। ਕੁਰਾਨ ਸ਼ਰੀਫ ਅੱਲਾ ਦੀ ਬਾਣੀ ਹੈ, ਉਹਨੂੰ ਮੁਹੰਮਦ ਸਾਹਿਬ ਨੇ ਦਰਜ ਕੀਤਾ ਵੀ ਇਹ ਇਲਹਾਮ ਹੋਇਆ ਅੱਲਾ ਦੀ ਬਾਣੀ ਹੈ। ਜਿਹੜਾ ਕੁਰਾਨ ਮਜੀਦ ਹੈ ਉਹਨਾਂ ਦੀ ਆਪਣੀ ਬਾਣੀ ਮਰਿਆਦਾ ਹੈ। ਕੁਰਾਨ ਸ਼ਰੀਫ ਜਿਹੜਾ ਉਹਨਾਂ ਦਾ ਧਾਰਮਿਕ ਪਵਿੱਤਰ ਗ੍ਰੰਥ ਹੈ, ਉਸ ਗ੍ਰੰਥ ਦੇ ਉੱਪਰ ਹੱਥ ਰਖਵਾ ਕੇ ਸਹੁੰ ਚੁਕਾਈ ਜਾਂਦੀ ਹੈ ਵੀ ਇਹਦੇ ਤੇ ਹੱਥ ਰੱਖ ਕੇ ਕਹੋ ਕਿ ਮੇਰਾ ਅਕੀਦਾ, ਮੇਰੀ ਸ਼ਰਧਾ, ਮੇਰਾ ਵਿਸ਼ਵਾਸ ਹਜ਼ਰਤ ਮੁਹੰਮਦ ਸਾਹਿਬ ਵਿੱਚ ਹੈ, ਮੈਂ ਹੱਜ ਕਰਨਾ ਹੈ। ਹੁਣ ਗੁਰੂ ਨਾਨਕ ਸਾਹਿਬ ਤੇ ਮਹਾਰਾਜ ਉਹਨਾਂ ਨੇ ਤੇ ਆਪਣਾ ਧਰਮ ਪ੍ਰਾਰੰਭ ਕੀਤਾ ਹੈ। ਸਿੱਖ ਧਰਮ ਦੇ ਮੋਢੀ ਨੇ, ਬਾਨੀ ਨੇ। ਮਹਾਰਾਜ ਨੇ ਨਾ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਵੱਡਾ ਸਾਂਗ ਵਰਤਾਇਆ ਮੱਕੇ ਅੰਦਰ ਕਲਾ ਦਿਖਾਈ। ਮਹਾਰਾਜ ਨੇ ਕੀ ਕੀਤਾ, ਜਿਹੜੇ ਨੀਲੇ ਵਸਤਰ ਪਹਿਰੇ ਹੋਏ ਸੀ ਨਾ, ਉਹਨਾਂ ਵਸਤਰਾਂ ਦੇ ਉੱਪਰ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ, ਪੌੜੀਆਂ। ਜਦੋਂ ਮਹਾਰਾਜ ਦੀ ਸਹੁੰ ਲੈਣ ਲੱਗੇ ਨਾ, ਉਹਨਾਂ ਨੇ ਮਹਾਰਾਜ ਦੇ ਵਸਤਰਾਂ ਵੱਲ ਵੇਖਿਆ, ਜਿਹੜਾ ਵਸਤਰ ਪਾਇਆ ਹੈ ਉਹਦੇ ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਨੇ। ਉਹ ਕਹਿਣ ਲੱਗੇ ਇਹਨਾਂ ਦੀ ਸਹੁੰ ਨਹੀਂ ਲੈਣੀ, ਇਹ ਕੋਈ ਵੱਡੇ ਪੁੱਜੇ ਫਕੀਰ ਲੱਗਦੇ ਨੇ ਵੀ ਜਿਨ੍ਹਾਂ ਦੀ ਇੰਨਾ ਪ੍ਰੇਮ ਕੁਰਾਨ ਦੇ ਨਾਲ ਹੈ ਵੀ ਇਹਨਾਂ ਨੇ ਤੇ ਕੁਰਾਨ ਦੀਆਂ ਆਇਤਾਂ ਹੀ ਆਪਣੇ ਵਸਤਰਾਂ ਤੇ ਲਿਖੀਆਂ ਹੋਈਆਂ। ਕਹਿੰਦੇ ਇਹਨਾਂ ਨੂੰ ਜਾਣ ਦਿਓ। ਅੰਦਰ ਚਲੇ ਗਏ ਮਹਾਰਾਜ। ਰਾਤਰੀ ਦਾ ਸਮਾਂ ਸੀ, ਆਰਾਮ ਕਰਨ ਲੱਗ ਪਏ। ਕਾਂਬੇ ਵੱਲ ਲੱਤਾਂ ਕਰ ਲੀਆਂ। ਸਵੇਰੇ ਜੀਵਨ ਕਾਜੀ ਆਇਆ। ਦੋ ਕਾਜੀ ਨੇ ਉਥੋਂ ਦੇ, ਰੁਕਨਦੀਰ ਔਰ ਜੀਵਨ। ਹੁਣ ਉਹ ਆਇਆ ਹਾਜੀਆਂ ਨੂੰ ਉਠਾਉਣ ਵਾਸਤੇ ਅੰਮ੍ਰਿਤ ਵੇਲੇ। ਉਹਨੇ ਵੇਖਿਆ ਵੀ ਕਾਂਬੇ ਵੱਲ ਕਿੰਨੇ ਲੱਤਾਂ ਕੀਤੀਆਂ। ਭਾਈ ਗੁਰਦਾਸ ਜੀ ਲਿਖਦੇ ਨੇ, ਟੰਗੋ ਪਕੜ ਘਟੀਸਿਆ, ਜੀਵਨ ਕੱਢ ਲੱਤ ਦੇ ਮਾਰੀ। ਕਹਿੰਦੇ ਮਹਾਰਾਜ ਨੇ ਲੱਤੋਂ ਫੜ ਕੇ ਘੜੀਸਿਆ ਤੇ ਲੱਤ ਵੀ ਮਾਰੀ। ਕਹਿੰਦੇ ਕਿਹੜਾ ਸੁੱਤਾ ਹੈ?
ਮੱਕੇ ਵੱਲ, ਕਾਬੇ ਵੱਲ, ਕਾਫਰ ਤੂੰ ਸਾਡੇ ਕਾਬੇ ਵੱਲ ਲੱਤਾਂ ਕਰਕੇ ਸੁੱਤਾ, ਤੈਨੂੰ ਪਤਾ ਨਹੀਂ। ਮਹਾਰਾਜ ਉਹਨੂੰ ਕਹਿੰਦੇ, ਕਾਜੀ ਜੀ ਜਿਹੜੇ ਪਾਸੇ ਵੱਲ ਤੁਹਾਡਾ ਮੱਕਾ ਨਹੀਂ, ਕਾਬਾ ਨਹੀਂ ਨਾ ਹੈਗਾ, ਮੇਰੀਆਂ ਲੱਤਾਂ ਉਧਰ ਕਰ ਲਓ। ਹੁਣ ਉਹ ਲੱਤਾਂ ਇੱਧਰ ਕਰਦਾ, ਉਧਰ ਕਰਦਾ, ਉਧਰ ਕਾਬਾ ਚਲੇ ਜਾਂਦਾ। ਬੜਾ ਹੈਰਾਨ ਹੁੰਦਾ ਹੈ, ਮਹਾਰਾਜ ਦੇ ਚਰਨਾਂ 'ਚ ਟਹਿ ਪੈਂਦਾ। ਫਿਰ ਮਹਾਰਾਜ ਕਈ ਮਹੀਨੇ ਮੱਕੇ ਦੀ ਧਰਤੀ ਤੇ ਰਹਿੰਦੇ ਨੇ, ਉਪਦੇਸ਼ ਦਿੰਦੇ ਨੇ, ਬਾਣੀ ਉਚਾਰਦੇ ਨੇ, ਨਾਮ ਜਪਾਉਂਦੇ ਨੇ। ਜਦੋਂ ਜਾਣ ਲੱਗਦੇ ਹਨ, ਜੀਵਨ ਤੇ ਰੁਕਨਦੀਨ ਕਾਜੀ ਦੀਆਂ ਅੱਖਾਂ ਭਰ ਆਉਂਦੀਆਂ। ਮਹਾਰਾਜ ਹੁਣ ਤੁਸੀਂ ਚੱਲੇ ਹੋ, ਫਿਰ ਕਦੋਂ ਆਓਗੇ? ਮਹਾਰਾਜ ਫਿਰ ਕਹਿੰਦੇ ਨੇ, ਜੀਵਨ ਕਾਜੀ ਰੁਕਨਦੀਨ, ਹੁਣ ਅਸੀਂ ਨਹੀਂ ਆਉਣਾ ਇੱਥੇ, ਹੁਣ ਸਾਡਾ ਖਾਲਸਾ ਆਵੇਗਾ ਇੱਥੇ। ਕਹਿੰਦੇ ਮਹਾਰਾਜ ਜਾਣ ਲੱਗੇ ਹੋ, ਕੋਈ ਨਿਸ਼ਾਨੀ ਦੇ ਜਾਓ। ਮਹਾਰਾਜ ਨੇ ਆਪਣੀਆਂ ਖੜਾਵਾਂ ਦਾ ਜੋੜਾ ਉੱਥੇ ਦਿੱਤਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਧਰੀ ਨਿਸ਼ਾਨੀ ਕੌਂਸ ਦੀ, ਕੌਂਸ ਕਹਿੰਦੇ ਨੇ ਖੜਾਵਾਂ ਨੂੰ, ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਜਿੱਥੇ ਅੱਜ ਮੁਸਲਮਾਨ ਕਾਬੇ ਨੂੰ ਪੂਜਦੇ ਨੇ, ਉੱਥੇ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ ਦੀ ਅੱਜ ਵੀ ਪੂਜਾ ਹੁੰਦੀ ਹੈ। ਅੱਜ ਵੀ ਉੱਥੇ ਪਈਆਂ ਹੋਈਆਂ ਨੇ, ਕਾਬੇ ਦੇ ਨਾਲ ਰੱਖੀਆਂ ਨੇ। ਇੱਕ ਈਰਾਨ ਦਾ ਬਹੁਤ ਵੱਡਾ ਹਾਜੀ ਮੁਸਲਮਾਨ ਸੀ, ਮਸਕੀਨ ਹਾਜੀ ਉਹਦਾ ਨਾਂ ਸੀ, ਮੁਹੰਮਦ ਮਸਕੀਨ ਹਾਜੀ। ਉਹਨੇ 14.25 ਮਣ ਪੱਕਾ ਚੰਦਨ ਲੈ ਕੇ ਨਾ, ਚੰਦਨ ਲੈ ਕੇ, ਉਹ ਚੰਦਨ ਦੇ ਅੰਦਰੋਂ ਰੇਸ਼ੇ ਕੱਢ ਕੇ, ਚੰਦਨ ਨੂੰ ਛਿੱਲ ਕੇ, ਛਿਲਕਾ ਲਾ ਕੇ ਨਾ, ਚੰਦਨ ਦੇ ਅੰਦਰ ਜਿਵੇਂ ਆਪਣੇ ਵਾਲ ਹੁੰਦੇ ਨਾ, ਇਵੇਂ ਲੰਬੇ ਲੰਬੇ ਰੇਸ਼ੇ ਹੁੰਦੇ ਨੇ ਚੰਦਨ ਦੇ ਅੰਦਰ। ਉਹ ਚੰਦਨ ਦੇ ਰੇਸ਼ਿਆਂ ਦੇ ਉਹਨੇ 2 ਚੌਰ ਬਣਾਏ, ਤੇ ਜਦੋਂ ਹੱਜ ਕਰਨ ਵਾਸਤੇ ਮੱਕੇ ਗਿਆ ਨਾ, ਉਹਨੇ ਦੋਵੇਂ ਚੌਰ ਮੱਕੇ ਭੇਟ ਕਰਨੇ ਸੀ ਕਾਬੇ ਵਾਸਤੇ। ਜਦੋਂ ਜਾਂਦਾ ਹੈ, ਉਹਨੇ ਵੇਖਿਆ ਵੀ ਇਹ ਨਾਲ ਖੜਾਵਾਂ ਬਈਆਂ ਨੇ। ਉਹਨੇ ਉੱਥੋਂ ਦੇ ਸਮੇਂ ਦੇ ਜਿਹੜੇ ਉਸ ਵਕਤ ਦੇ ਕਾਜੀ ਸੀ, ਉਹਨਾਂ ਨੂੰ ਪੁੱਛਿਆ ਵੀ ਇਹ ਕਿਹਦੀਆਂ ਖੜਾਵਾਂ ਨੇ। ਉਹਨਾਂ ਨੇ ਫਿਰ ਦੱਸਿਆ ਵੀ 1500 ਈਸਵੀ ਪੂਰਬ ਦੇ ਵਿੱਚ ਇੱਥੇ ਸਿੱਖ ਧਰਮ ਦੇ ਬਾਨੀ ਹਿੰਦੀ ਪੀਰ, ਮਹਾਰਾਜ ਨੂੰ ਉੱਥੇ ਹਿੰਦੀ ਪੀਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮੱਕੇ ਦੇ ਅੰਦਰ ਹਿੰਦੀ ਪੀਰ ਇੱਥੋਂ ਦੀ ਯਾਤਰਾ ਕਰਨ ਵਾਸਤੇ ਆਏ ਸੀ। ਉਸ ਵਕਤ ਦੇ ਕਾਜ਼ੀਆਂ ਨੇ ਉਹਨਾਂ ਕੋਲ ਨਿਸ਼ਾਨੀ ਲੈ ਕੇ ਇੱਥੇ ਰੱਖੀਆਂ ਨੇ, ਕਿਉਂਕਿ ਉਹ ਬੜੇ ਉੱਚ ਕੋਟੀ ਦੇ ਪੀਰ ਸਨ ਔਰ ਆਲਾ ਦਰਜੇ ਦੇ ਉਹ ਫਕੀਰ ਸੀ। ਉਹਦਾ ਮੱਥਾ ਠਣਕਿਆ ਵੀ ਸਾਰੀ ਦੁਨੀਆ ਦੇ ਵਿੱਚ ਮੁਸਲਮਾਨਾਂ ਦਾ ਕੇਵਲ ਇੱਕੋ ਹੀ ਮੁਕੱਦਸ ਸਥਾਨ ਹੈ, ਉਹ ਹੈ ਕਾਬਾ, ਜਿਹਨੂੰ ਮੁਸਲਮਾਨ ਸਭ ਤੋਂ ਵੱਡਾ ਮੰਨਦੇ ਨੇ। ਇੱਥੇ ਇੱਕ ਗੈਰ ਧਰਮ ਦੇ ਪੈਗੰਬਰ ਦੀਆਂ, ਗੈਰ ਧਰਮ ਦੇ ਪੀਰ ਦੀਆਂ ਖੜਾਵਾਂ ਰੱਖੀਆਂ ਨੇ, ਉਹ ਕਿੰਨਾ ਕੁ ਵੱਡਾ ਹੋਵੇਗਾ। ਉਹਨੇ ਨਾ, ਉਹਦੇ ਮਨ ਵਿੱਚ ਖਿਆਲ ਆਇਆ ਵੀ ਜਿੱਥੇ ਤੇ 2 ਚੌਰ ਭੇਟ ਕਰਨੇ ਸੀ, ਹੁਣ ਕਹਿੰਦਾ ਇੱਕੋ ਹੀ ਕਰਾਂਗਾ। ਇੱਕ ਇਹ ਚੌਰ ਉਸ ਪੀਰ ਦੇ ਸਥਾਨ, ਨਾਨਕ ਹਿੰਦੀ ਪੀਰ ਦੇ ਸਥਾਨ ਵਾਸਤੇ ਰੱਖਾਂਗਾ, ਉਹਦੇ ਵਾਸਤੇ ਲੈ ਕੇ ਜਾਵਾਂਗਾ। ਉਹ ਫਿਰ ਜਿਹੜਾ ਮਸਕੀਨ ਹਾਜੀ ਸੀ ਨਾ, 1925 ਦੇ ਵਿੱਚ ਫਿਰ ਉਹ ਹਿੰਦੁਸਤਾਨ ਆਇਆ। ਉਹਨੇ ਫਿਰ ਸਰਚ ਕੀਤੀ, ਪਤਾ ਕੀਤਾ। 1925 ਦੇ ਵਿੱਚ ਉਹ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਚੌਰ ਲੈ ਕੇ।
ਹੁਣ ਉਹ ਫਾਰਸੀ ਜ਼ਬਾਨ ਜਾਣਦਾ ਸੀ ਜਾਂ ਅਰਬੀ ਜਾਣਦਾ ਸੀ, ਪੰਜਾਬੀ ਹਿੰਦੀ ਨਾ ਉਹਨੂੰ ਪੜ੍ਹਨੀ ਨਾ ਸੁਣਨੀ ਆਉਂਦੀ ਸੀ। ਜਦੋਂ ਉਹ ਦਰਬਾਰ ਸਾਹਿਬ ਐਂਟਰ ਕੀਤਾ ਹੈ, ਸੱਚਖੰਡ ਹਰਿਮੰਦਰ ਸਾਹਿਬ ਕੀਰਤਨ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ਬਦ ਸੀ ਤਲੰਗ ਰਾਗ ਦਾ, ਜਾਂ ਕਰਜ ਫੇਸ ਤੋਂ ਦਰਗੋਸ ਕੁਨ ਕਰਤਾਰ, ਹੱਕਾ ਕਰੀਮ ਕਰੀਮ ਨੂੰ ਬੇਐ ਪਰਵਰਦਗਾਰ। ਇਹ ਸ਼ਬਦ ਦਾ ਕੀਰਤਨ ਹੋ ਰਿਹਾ ਸੀ। ਜਦੋਂ ਉਹਨੇ ਸੁਣਿਆ ਨਾ ਵੀ ਫਾਰਸੀ ਦੇ ਵਿੱਚ, ਵੀ ਜ਼ਬਾਨ ਫਾਰਸੀ ਹੈ, ਭਾਵੇਂ ਬੋਲੀ ਪੰਜਾਬੀ ਜਾ ਰਹੀ ਹੈ, ਮੂਲ ਭਾਸ਼ਾ ਫਾਰਸੀ ਹੈ, ਹੈਰਾਨ ਹੋ ਗਿਆ। ਮੱਥਾ ਟੇਕ ਕੇ ਇੱਕ ਚੌਰ ਉਹਨੇ ਉੱਥੇ ਭੇਟ ਕੀਤਾ ਹੈ ਮਸ਼ਕੀਨ ਹਾਜੀ ਨੇ ਹਰਿਮੰਦਰ ਸਾਹਿਬ ਵਾਸਤੇ, ਔਰ ਭੇਟ ਕਰਕੇ ਉਹਦੇ ਮਨ ਨੂੰ ਤ੍ਰਿਪਤੀ ਮਿਲੀ ਹੈ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ। ਉਹ ਕਹਿੰਦਾ ਮੈਂ ਸੋਚਿਆ ਸੀ ਵੀ ਜਿਸ ਹਿੰਦੀ ਪੀਰ ਦੇ ਅਸਥਾਨ ਤੇ ਮੈਂ ਜਾ ਰਿਹਾ ਹਾਂ, ਸ਼ਾਇਦ ਉੱਥੋਂ ਦੇ ਲੋਕ ਫਾਰਸੀ ਨੂੰ ਨਾ ਜਾਣਦੇ ਹੋਣਗੇ। ਮੇਰੇ ਕਹਿੰਦੇ ਮਨ ਦਾ ਖਿਆਲ ਸੀ, ਪਰ ਜਦੋਂ ਕਹਿੰਦਾ ਮੈਂ ਤੁਹਾਡੀਆਂ ਗੁਲਾਮਾਂ ਦਾ ਸੰਗੀਤ ਮੈਂ ਜਦੋਂ ਫਾਰਸੀ ਵਿੱਚ ਸੁਣਿਆ, ਮੇਰਾ ਇਹ ਵੀ ਮਾਣ ਲੈ ਗਿਆ। ਹਰਿਮੰਦਰ ਸਾਹਿਬ ਵਿੱਚ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਅੱਜ ਵੀ ਜਦੋਂ ਜਲਾਓ ਸਜਦਾ ਹੈ ਨਾ ਹਰਿਮੰਦਰ ਸਾਹਿਬ, ਹੁਣ 19 ਨਵੰਬਰ ਰਾਤ ਨੂੰ ਜਲਾਓ ਸਜੇਗਾ। ਉਸ ਜਲਾਓ ਦੇ ਅੰਦਰ ਫਿਰ ਉਹ ਚੌਰ ਸਾਹਿਬ ਲੈ ਕੇ ਆਂਦਾ ਜਾਵੇਗਾ, ਜਿਹੜਾ 1.5 ਲੱਖ ਰੇਸ਼ੇ ਨਾਲ ਬਣਿਆ ਹੈ, 1.5 ਲੱਖ ਵਾਲ ਹੈ ਉਸ ਚੌਰ ਦੇ ਅੰਦਰ, ਜਿਹੜਾ ਮਸ਼ਕੀਨ ਹਾਜੀ ਬਣਾ ਕੇ ਲੈ ਕੇ ਆਇਆ ਸੀ। ਸੋ ਬਹੁਤ ਲੰਬਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਕਿੱਥੋਂ ਕਿੱਥੋਂ ਜਾ ਕੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਹੈ ਨਾ, ਬਾਬੇ ਤਾਰੇ 4 ਜਗ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਉਹ 9 ਖੰਡ ਨੇ, ਧਰਤੀ ਦੇ 9 ਖੰਡ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਕੋਈ ਵੀ ਐਸਾ ਖੰਡ ਨਹੀਂ ਹੈਗਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਨਾ ਪਏ ਹੋਣ। 9 ਖੰਡਾਂ 'ਚ ਹੀ ਮਹਾਰਾਜ ਗਏ। 17 ਲੱਖ ਮੀਲ ਦਾ ਪੈਦਲ ਪੈਂਡਾ ਗੁਰੂ ਨਾਨਕ ਸਾਹਿਬ ਨੇ ਤੈਅ ਕਰਕੇ ਦੁਨੀਆ ਦੇ ਲੋਕਾਂ ਨੂੰ ਉਤਾਰਿਆ, ਪਰਮਾਤਮਾ ਦੇ ਨਾਮ ਨਾਲ ਜੋੜਿਆ। ਉਹਨਾਂ ਨੇ ਇਹ ਨਹੀਂ ਆਖਿਆ ਜਾ ਕੇ ਵੀ ਮੇਰੇ ਨਾਲ ਜੁੜੋ, ਸਾਡਾ ਨਾਮ ਜਪੋ, ਜਪਜੀ ਸਾਹਿਬ ਪੜੋ, ਗੁਰਬਾਣੀ ਪੜੋ, ਤਾਂ ਜਗਤ ਗੁਰੂ ਮਹਾਰਾਜ ਨੂੰ ਕਹਿੰਦੇ ਨੇ। ਜਿੱਥੇ ਗਏ ਉਹਨਾਂ ਦੇ ਧਰਮ ਦੇ ਵਿੱਚੋਂ ਉਹਨਾਂ ਦਾ ਉਪਦੇਸ਼ ਲੈ ਕੇ ਉਹਨਾਂ ਨੂੰ ਦਿੱਤਾ ਹੈ। ਜੇ ਮਹਾਰਾਜ ਹਰਿਦੁਆਰ ਗਏ, ਇਹ ਥੋੜਾ ਪੰਡਤਾਂ ਨੂੰ ਮਹਾਰਾਜ ਨੇ ਆਖਿਆ ਵੀ ਤੁਸੀਂ ਮੂਲ ਮੰਤਰ ਦਾ ਪਾਠ ਕਰਨਾ ਹੈ। ਮਹਾਰਾਜ ਨੇ ਇਹੀ ਆਖਿਆ ਵੀ ਜੋ ਤੁਹਾਡੇ ਧਰਮ ਦੀ ਬਾਣੀ ਹੈ, ਜੋ ਤੁਹਾਡਾ ਧਰਮ ਤੁਹਾਨੂੰ ਉਪਦੇਸ਼ ਦਿੰਦਾ ਹੈ, ਉਹਨੂੰ ਦ੍ਰਿੜ ਕਰੋ, ਉਹਦੇ ਅਨੁਸਾਰ ਚੱਲੋ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਇਹ ਸਾਂਝਾ ਉਪਦੇਸ਼ ਮਹਾਰਾਜ ਨੇ ਮਾਨਵਤਾ ਨੂੰ ਦਿੱਤਾ ਹੈ ਤੇ ਕੁੱਲ ਮਾਨਵਤਾ ਦੀ ਭਲਾਈ ਵਾਸਤੇ ਮਹਾਰਾਜ ਨੇ ਦੁਨੀਆ ਦਾ ਚੱਕਰ ਲਾਇਆ ਹੈ ਔਰ ਦੁਨੀਆ ਨੂੰ ਉਤਾਰਿਆ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਪਹਿਲਾਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਤੇ ਘਾਲ ਕਮਾਈ, ਰੇਤ ਅੱਖ ਹਾਰ ਕਰ, ਰੋੜਾ ਕੀ ਗੁਰ ਕਰੀ ਵਿਛਾਈ, ਚੜਿਆ ਸੋਧਣ ਧਰਤ ਲੁਕਾਈ। ਸਾਰੀ ਧਰਤੀ ਲੁਕਾਈ ਨੂੰ ਹਜੂਰ ਨੇ ਨਾਮ ਦੇ ਨਾਲ ਤਾਰਿਆ। ਸੋ ਉਹਨਾਂ ਸਤਿਗੁਰਾਂ ਦਾ ਆਪਾਂ ਅੱਜ ਸਾਰੇ ਹੀ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਗੁਰੂ ਘਰ ਦੇ ਪ੍ਰੀਤਵਾਨ ਭਾਈ ਪ੍ਰਦੀਪ ਸਿੰਘ ਜੀ, ਜੋ ਪਿਛਲੇ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ, ਉਹਨਾਂ ਦੀ ਸਰੀਰਕ ਤੰਦਰੁਸਤੀ ਦੀ ਅਰਦਾਸ
ਇੱਥੇ ਸਤਿਗੁਰਾਂ ਦੇ ਚਰਨਾਂ 'ਚ ਕੀਤੀ ਸੀ। ਸਤਿਗੁਰਾਂ ਨੇ ਕਿਰਪਾ ਕੀਤੀ, ਸਰੀਰ ਨੂੰ ਤੰਦਰੁਸਤੀ ਵੀ ਬਖਸ਼ਿਸ਼ ਕੀਤੀ। ਹਸਪਤਾਲ 'ਚੋਂ ਘਰ ਵੀ ਆ ਗਏ। ਜਿੰਨਾ ਕੁ ਸਮਾਂ ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ ਸੀ, ਫਿਰ ਉਹ ਆਪਣੇ ਜਿੰਨੇ ਕੁ ਸਵਾਸ, ਕਿਉਂਕਿ ਜੋਰ ਨ ਜੀਵਨ ਮਰਨ ਨਹਿ ਜੋਰ, ਨਾ ਬੰਦਾ ਆਪਣੀ ਮਰਜ਼ੀ ਨਾਲ ਸੰਸਾਰ ਵਿੱਚ ਪੈਦਾ ਹੋ ਸਕਦਾ ਹੈ, ਨਾ ਆਪਣੀ ਮਰਜ਼ੀ ਨਾਲ ਸੰਸਾਰ ਚੋਂ ਜਾ ਸਕਦਾ ਹੈ। ਇਹ ਸਵਾਸਾਂ ਦਾ ਲੇਖਾ ਹੈ। ਜਿੰਨੇ ਸਵਾਸ ਪਰਮਾਤਮਾ ਨੇ ਸਾਨੂੰ ਦਿੱਤੇ ਨੇ, ਇੱਥੇ ਸਾਲਾਂ ਮਹੀਨਿਆਂ ਦੀ ਗੱਲ ਨਹੀਂ ਹੈ, ਸਵਾਸਾਂ ਦੀ ਇਹ ਪੂੰਜੀ ਹੈ। ਜਿੰਨੇ ਸਵਾਸ ਮਹਾਰਾਜ ਨੇ ਦਿੱਤੇ ਨੇ, ਉਹਨੇ ਅਸੀਂ ਭੁਗਤਣੇ ਨੇ। ਉਹਨਾਂ ਸਵਾਸ ਲੈ ਕੇ ਜੀਵ ਸੰਸਾਰ ਤੋਂ ਚਲਿਆ ਜਾਂਦਾ ਹੈ। ਫਿਰ ਸਰੀਰ ਕਰਕੇ ਜਿੰਨਾ ਕੁ ਸਮਾਂ ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ ਸੀ, ਪਰਮੇਸ਼ਰ ਦੇ ਭਾਣੇ ਵਿੱਚ ਉਹ ਸਮਾਂ ਬਤੀਤ ਕਰਕੇ ਸੰਸਾਰ ਤੋਂ ਕਾਲ ਚਲਾਣਾ ਕਰ ਗਏ। ਮਹਾਰਾਜ ਕਿਰਪਾ ਕਰਨ, ਸਤਿਗੁਰੂ ਉਹਨਾਂ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰ, ਭੈਣ ਭਰਾਵਾਂ ਨੂੰ ਭਾਣਾ ਮੰਨਣ ਦਾ ਬਲ ਉਹਨਾਂ ਬਖਸ਼ਿਸ਼ ਕਰਨ, ਕਿਉਂਕਿ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਕਿਆ ਕੀਜੇ। ਜਿਹਦੀ ਵਸਤ ਸੀ ਉਹ ਲੈ ਗਿਆ, ਆਪਣਾ ਕਿਸੇ ਨਾਲ ਰੋਸ ਨਹੀਂ ਹੈ। ਕਿਉਂਕਿ ਮੰਗਣਾ, ਮੰਗਦੇ ਆਪਾਂ ਹੱਸ ਕੇ ਆ। ਜਦੋਂ ਪਾਂਡਵਾਂ ਤੇ ਕੌਰਵਾਂ ਦਾ ਯੁੱਧ ਹੋਇਆ ਸੀ ਨਾ, ਯੁੱਧ ਤੋਂ ਬਾਅਦ ਯੱਗ ਕੀਤਾ ਉਹਨਾਂ ਨੇ। ਯੱਗ ਵਿੱਚ ਇੰਨੀ ਮਾਇਆ ਉਹਨਾਂ ਨੇ ਲਾ ਦਿੱਤੀ ਵੀ ਸਾਰਾ ਖਜ਼ਾਨਾ ਖਤਮ ਹੋ ਗਿਆ। ਉਸ ਤੋਂ ਬਾਅਦ ਫਿਰ ਯੱਗ ਕਰਨਾ ਪੈ ਗਿਆ। ਪੈਸੇ ਨਹੀਂ ਸਨ, ਮਾਇਆ ਮੁੱਕ ਗਈ। ਭਗਵਾਨ ਕ੍ਰਿਸ਼ਨ ਜੀ ਕੋਲ ਲੈ ਗਏ, ਚਲੇ ਗਏ। ਮਹਾਰਾਜ ਜੱਗ ਕਰਨਾ ਹੈ, ਯੁੱਧ ਹੋਇਆ, ਇੰਨੇ ਲੋਕ ਮਰੇ ਨੇ, ਉਹਨਾਂ ਦੇ ਭਲੇ ਵਾਸਤੇ ਜੱਗ ਕਰਨਾ ਹੈ, ਤੇ ਮਾਇਆ ਮੁੱਕ ਗਈ ਹੈ। ਸਾਰੀ ਮਾਇਆ ਪਹਿਲੇ ਜੱਗ 'ਚ ਲੱਗ ਗਈ, ਜਿਹੜਾ ਪਹਿਲਾ ਸਮੇਤ ਜੱਗ ਕੀਤਾ। ਤੁਸੀਂ ਮਾਇਆ ਦੇ ਦਿਓ ਸਾਨੂੰ ਧਾਰੀ, ਅਸੀਂ ਵਾਪਸ ਕਰ ਦਾਂ। ਮਹਾਰਾਜ ਭਗਵਾਨ ਕ੍ਰਿਸ਼ਨ ਕਹਿੰਦੇ ਵੀ ਅਸੀਂ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਹਾਂ, ਕਹਿੰਦੇ ਕੁਬੇਰ ਹੈ ਜਿਹੜਾ ਖਜ਼ਾਨਚੀ ਹੈ ਨਾ, ਕੁਬੇਰ ਹੈ ਦੁਨੀਆ ਦਾ ਖਜ਼ਾਨਚੀ, ਮਾਇਆ ਦਾ ਰਾਜਾ। ਉਹਨੂੰ ਕਹਿ ਦਿੰਦੇ ਵੀ ਤੁਹਾਨੂੰ ਮਾਇਆ ਦੇ ਦੇਗਾ, ਮੈਂ ਸਿਫਾਰਿਸ਼ ਕਰ ਦੇਣਾ। ਭਗਵਾਨ ਕ੍ਰਿਸ਼ਨ ਨੇ ਸਿਫਾਰਿਸ਼ ਕਰ ਦਿੱਤੀ ਕੁਬੇਰ ਜੀ ਨੂੰ ਵੀ ਪਾਂਡਵਾਂ ਨੂੰ ਮਾਇਆ ਦੇ ਦਿਓ, ਇਹਨਾਂ ਨੇ ਯੱਗ ਕਰਨਾ ਹੈ। ਜਿਵੇਂ ਸਮੇਂ ਨਾਲ ਇਹਨਾਂ ਕੋਲ ਪੈਸਾ ਆਵੇਗਾ ਨਾ, ਤੁਹਾਨੂੰ ਮੋੜ ਦੇਣਗੇ। ਉਹ ਕਹਿੰਦੇ ਵੀ ਠੀਕ ਹੈ। ਕਹਿੰਦੇ ਮੇਰੇ ਇੱਕ ਸਵਾਲ ਦਾ ਜਵਾਬ ਹੈ, ਸਵਾਲ ਹੈ ਮੇਰਾ ਪਾਂਡਵਾਂ ਤਾਈਂ, ਵੀ ਮੇਰੇ ਸਵਾਲ ਦਾ ਜਵਾਬ ਦੇ ਦਿਓ, ਪੈਸਾ ਜਿੰਨਾ ਮਰਜ਼ੀ ਲੈ ਜਾਓ। ਪਹਿਲਾਂ ਭੀਮ ਗਿਆ, ਭੀਮ ਨੂੰ ਪੁੱਛਿਆ ਕੁਬੇਰ ਨੇ ਵੀ ਪੈਸੇ ਲਓਗੇ ਕਿਵੇਂ ਤੇ ਦਓਗੇ ਕਿਵੇਂ? ਭੀਮ ਕਹਿੰਦਾ ਮਹਾਰਾਜ ਹੱਸ ਕੇ ਲਵਾਂਗੇ ਤੇ ਹੱਸ ਕੇ ਦਵਾਂਗੇ। ਉਹ ਕਹਿੰਦੇ ਜਾ ਝੂਠਾ ਹੈ, ਚਲੇ ਜਾ। ਚਲੇ ਗਿਆ। ਬਾਅਦ ਚ ਨਕੁਲ ਗਿਆ, ਉਹਨੇ ਵੀ ਉਹ ਗੱਲ ਕਹੀ, ਮਹਾਰਾਜ ਖੁਸ਼ੀ ਖੁਸ਼ੀ ਲਵਾਂਗੇ ਤੇ ਖੁਸ਼ੀ ਖੁਸ਼ੀ ਦੇਵਾਂਗੇ। ਫਿਰ ਤੀਜਾ ਸਹਿਦੇਵ ਗਿਆ, ਉਹਨੇ ਵੀ ਇਹੋ ਗੱਲ ਕਹਿ ਦਿੱਤੀ। ਚੌਥਾ ਅਰਜਨ ਗਿਆ, ਉਹਨੇ ਵੀ ਇਹੋ ਗੱਲ ਕਹਿ ਦਿੱਤੀ। ਕੁਬੇਰ ਨੇ ਉਹਨੂੰ ਵੀ ਭਜਾ ਦਿੱਤਾ, ਚਾਰਾਂ ਨੂੰ ਹੀ ਮੋੜ ਦਿੱਤਾ। ਹੁਣ ਜਦੋਂ ਚਾਰਾਂ ਨੂੰ ਮੋੜ ਦਿੱਤਾ ਤੇ ਉਹ ਫਿਰ ਇੱਕ ਰਹਿ ਗਿਆ ਯੁਧਿਸ਼ਠਰ। ਉਹ ਕਹਿੰਦਾ ਭਲਿਓ ਮਾਨਸੋ, ਤੁਹਾਨੂੰ ਮੰਗਣਾ ਹੀ ਨਹੀਂ ਆਉਂਦਾ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਦੱਸਦਾ ਹੈ ਵੀ ਕਿਵੇਂ ਮੰਗਣਾ ਹੈ। ਜਦੋਂ ਗਏ ਨਾ, ਯੁਧਿਸ਼ਠਰ ਕਹਿੰਦਾ ਮਹਾਰਾਜ ਲਵਾਂਗੇ ਖੁਸ਼ੀ ਖੁਸ਼ੀ,
ਦਵਾਂਗੇ ਰੋ ਪਿੱਟ ਕੇ। ਅਸੀਂ ਦਾਤਾਂ ਪਰਮਾਤਮਾ ਤੋਂ ਹੱਸ ਕੇ ਲੈਂਦੇ ਆ, ਪਰ ਜਦੋਂ ਕੋਈ ਜੀਵ ਸਾਡੇ ਘਰੇ ਚਲਾ ਜਾਂਦਾ ਫਿਰ ਅਸੀਂ ਰੋਂਦੇ ਆ। ਫਿਰ ਨਹੀਂ ਅਸੀਂ ਹੱਸ ਕੇ ਉਹਨੂੰ ਮੋੜਦੇ, ਫਿਰ ਨਹੀਂ ਅਸੀਂ ਇਹ ਗੱਲ ਕਹਿੰਦੇ ਵੀ ਜਿਸ ਕੀ ਵਸਤ ਸੋਈ ਲੈ ਜਾਏਗਾ। ਇਸ ਕਰਕੇ ਪਰਮਾਤਮਾ ਦਾ ਭਾਣਾ ਹੈ, ਆਪਾਂ ਸਾਰੇ ਉਹਦੇ ਹੁਕਮ ਵਿੱਚ ਆਏ ਆ। ਹੁਕਮ ਦੇ ਵਿੱਚ ਆਪਣਾ ਜਨਮ ਹੋਇਆ, ਹੁਕਮ ਦੇ ਵਿੱਚ ਰਿਸ਼ਤੇਦਾਰ, ਭੈਣ ਭਰਾ, ਮੇਲ ਮਿਲਾਪ, ਸੰਸਾਰ ਤੇ ਸਾਡਾ ਬਣਨਾ ਹੈ। ਹੁਕਮ ਦੇ ਵਿੱਚ ਹੀ ਸੰਸਾਰ ਤੋਂ ਆਪਾਂ ਆਪਣੇ ਸਵਾਸਾਂ ਨੂੰ ਸੰਕੋਚ ਕੇ ਚਲੇ ਜਾਣਾ ਹੈ। ਇਸ ਕਰਕੇ ਆਪਾਂ ਸਾਰੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ, ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ। ਮਹਾਂਪੁਰਸ਼ਾਂ ਨੇ ਆਉਣਾ ਸੀ, ਮੈਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਕੋਈ ਬਹੁਤਾ ਹੀ ਜ਼ਿਆਦਾ ਜ਼ਰੂਰੀ ਕੰਮ ਸੀ। ਅੱਜ ਜੋ ਉੱਥੇ ਸ਼ੀਸ਼ ਮਹਿਲ ਵਿਖੇ ਮਹਾਂਪੁਰਖਾਂ ਨੂੰ ਵੀ ਮਹਾਂਪੁਰਖਾਂ ਤੋਂ ਬਿਨਾਂ ਉਹ ਕੰਮ ਹੋ ਨਹੀਂ ਸੀ ਸਕਦਾ, ਇਸ ਕਰਕੇ ਉਹ ਹਾਜ਼ਰੀ ਨਹੀਂ ਭਰ ਸਕੇ। ਦਾਸ ਉਹਨਾਂ ਦੀ ਹਾਜ਼ਰੀ ਆਪ ਜੀ ਦੇ ਚਰਨਾਂ 'ਚ ਲਵਾਉਂਦਾ ਹੈ। ਮਹਾਂਪੁਰਸ਼ਾਂ ਦੀ ਹਾਜ਼ਰੀ ਪ੍ਰਵਾਨ ਕਰਿਓ। ਔਰ ਮਹਾਂਪੁਰਸ਼ਾਂ ਵੱਲੋਂ ਆਪ ਸਭ ਸੰਗਤਾਂ ਨੂੰ ਬੇਨਤੀ ਹੈ, ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਭੈਰੋ ਮਾਜਰੇ ਵਾਲੇ, ਜਿਨ੍ਹਾਂ ਦੇ ਬਚਨ ਦੇ ਨਾਲ ਗੁਰਦੁਆਰਾ ਸ਼ੀਸ਼ ਮਹਿਲ ਸਿਸਵਾਂ ਹੋਂਦ ਵਿੱਚ ਆਇਆ ਹੈ, ਉਹਨਾਂ ਦੀ ਨਿੱਘੀ ਮਿੱਠੀ ਯਾਦ ਮਹਾਂਪੁਰਸ਼ਾਂ ਵੱਲੋਂ ਹਰ ਸਾਲ ਹੀ ਉੱਥੇ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਹੁੰਦੇ ਨੇ। 16-17 ਨਵੰਬਰ ਦੇ ਗੁਰਮਤਿ ਸਮਾਗਮ ਨੇ, ਔਰ ਜਿਹੜੀਆਂ ਸੰਗਤਾਂ ਉੱਥੇ ਜਾ ਸਕਦੀਆਂ ਨੇ ਜ਼ਰੂਰ ਇਹਨਾਂ ਸਮਾਗਮਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਜੇ। ਔਰ ਜਿਹੜਾ ਅਗਲਾ ਸਮਾਗਮ ਇਸ ਸਥਾਨ ਦਾ ਹੈ ਉਹ 11 ਦਸੰਬਰ ਦਾ ਹੈ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਦਸੰਬਰ 11 ਦਿਨ ਸ਼ਨੀਵਾਰ ਹੋਵੇਗਾ। ਵੱਡੇ ਔਰ ਛੋਟੇ ਸਾਹਿਬਜ਼ਾਦੇ ਚਮਕੌਰ ਗੜੀ ਦੇ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਉਹ ਸਮਾਗਮ ਗੁਰਮਤਿ ਸਮਾਗਮ ਹੋਵੇਗਾ। ਉਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਹੈ, ਸੋ ਉਸ ਤੋਂ ਬਾਅਦ ਅਰਦਾਸ ਹੋਵੇਗੀ। ਸਾਰੀਆਂ ਸੰਗਤਾਂ ਨੇ ਅਰਦਾਸ ਵਿੱਚ ਜੁੜਨ ਦੀ ਕਿਰਪਾਲਤਾ ਕਰਨੀ। ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ, ਸਾਡੇ ਸਿਰ ਮੱਥੇ ਤੇ ਹੈ, ਜੀਓ ਆਇਆ। ਧੰਨਵਾਦ ਮਹਾਂਪੁਰਸ਼ਾਂ ਵੱਲੋਂ ਵੀ, ਜਥੇ ਵੱਲੋਂ ਵੀ, ਆਪ ਸਰਬ ਸੰਗਤਾਂ ਦਾ ਧੰਨਵਾਦ ਹੈ। ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਮਿਸਟਰ ਸਿੰਘ ਪ੍ਰੋਡਕਸ਼ਨ YouTube ਔਰ Facebook ਚੈਨਲ ਹੈ, ਉਹਦੇ ਤੇ ਲਾਈਵ ਵੀ ਚੱਲ ਰਿਹਾ ਹੈ। ਅੱਗੇ ਪਿੱਛੇ ਵੀ ਤੁਸੀਂ ਜਿੰਨੇ ਵੀ ਪ੍ਰੋਗਰਾਮ ਇਸ ਸਥਾਨ ਦੇ ਨੇ, ਇਸ ਚੈਨਲ ਤੇ ਇਹਦਾ ਲਿੰਕ YouTube ਤੇ ਓਪਨ ਕਰਕੇ ਕਦੇ ਵੀ ਮਹਾਂਪੁਰਸ਼ਾਂ ਦੇ ਦੀਵਾਨ ਤੁਸੀਂ ਸਰਵਣ ਕਰ ਸਕਦੇ ਹੋ। ਇਸ ਚੈਨਲ ਦੇ ਅਕਾਊਂਟ ਤੇ YouTube ਤੇ ਢੇਰੀਆਂ ਦੇ ਪਿਛਲੇ ਸਮਾਗਮ ਵੀ ਨੇ, ਆਉਣ ਵਾਲਾ ਸਮਾਗਮ ਵੀ ਤੁਸੀਂ ਵੇਖ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ। ਸਾਰੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।